ਸਾਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸੱਸੇ ਪੂਰੇ ਗੁਰ ਤੇ ਜਾਣੀ। ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਗਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਰੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ। ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼ਮ ਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਨ ਕਹਿਤ। ਤਵ ਸਰਬ ਨਾਮ ਕਥੈ ਕਵਣ। ਕਰਮ ਨਾਮ ਬਰਨਤ ਸੁਮਤ। ਤਵ ਸਰਬ ਨਾਮ ਕਥੈ ਕਵਣ। ਕਰਮ ਨਾਮ ਬਰਨਤ ਸੁਮਤ। ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀਐ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਝੁੱਲੈ ਸੋ ਛਤ ਨਿਰੰਜਣੀ। ਮਲ ਤਖਤ ਬੈਠਾ ਗੁਰ ਹਟੀਐ। ਕਰਹਿ ਜੇ ਗੁਰ ਫੁਰਮਾਇਆ। ਸਿਲ ਜੋਗ ਅਲੂਣੀ ਚਟੀਐ। ਲੰਗਰ ਚੱਲੈ ਗੁਰ ਸ਼ਬਦ। ਹਰ ਟੋਟ ਨ ਆਵੀ ਖਟੀਐ। ਖਰਚੇ ਦਿੱਤ ਖਸਾਮੰਦੀ। ਆਪ ਖੈਦੀ ਖੈਰ ਦਬਟੀਐ। ਹੋਵੈ ਸਿਫਤ ਖਸਾਮੰਦੀ। ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾ। ਜਿਸ ਪਾਸ ਬੈਠਿਆ ਸੋਹੀਐ।
ਸਭਨਾ ਦਾ ਵੇਸਾ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰੈ ਕਿਰਪਾ ਤਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਗੁਰਪੂਰੈ ਕਿਰਪਾ ਤਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ। ਅਨ ਦਿਨ ਸੋ ਕ੍ਰਿਤ ਕਰੀਐ, ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ। ਕੋ ਵੱਡ ਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸੇ। ਹਰ ਚਰਣੀ ਚਿਤ ਲਾਏ, ਉਸਤਤ ਕਰੋ ਸਦਾ ਪ੍ਰਭ ਆਪਣੇ। ਜਿਨ ਪੂਰੀ ਕਲ ਰਾਖੀ, ਜੀਅ ਜੰਤ ਸਭ ਭਏ ਪਵਿੱਤਰਾ। ਸਤਿਗੁਰ ਕੀ ਸੱਚ ਸਾਖੀ, ਬਿਗਨ ਬਿਨਾਸਨ ਸਭ ਦੁਖ ਨਾਸਨ। ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ। ਜਨ ਨਾਨਕ ਸੁਖ ਘਰ ਆਇਆ, ਬਿਗਨ ਬਿਨਾਸਨ ਸਭ ਦੁਖ ਨਾਸਨ। ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ। ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੇਰ ਵਸਾਇਆ ਫੇਰੂਆਨ ਸਤਿਗੁਰ ਖਾਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ। ਲੱਭ ਵਿਨਾਹੀ ਮਾਨਸਾ ਜਿਉ ਪਾਣੀ ਬੂਰ। ਵਰੀਆ ਦਰਗਾ ਗੁਰੂ ਕੀ ਕੁਦਰਤੀ ਨੂਰ। ਜਿਤ ਸੋ ਹੱਥ ਨਾ ਲੱਭਈ ਤੂੰ ਓ ਠਾਰੂਰ। ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ। ਨੇੜੇ ਦਿਸੈ ਮਾਤ ਲੋਕ ਤੁਧ ਸੁਚੈ ਦੂਰ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ ਰਾਜਾਨ ਰਾਜ, ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ।
ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਗੁਰਦੇਵ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ महाराज जियों के मुबारक चरण कमला पास हाजरियां भर करके जन्म सफला रहे सतसंगी जनों, आए हुए पावन श्री मुखवाग जी का पाठ उन्हें ही भाई साहब जी की रचना तो श्रवण कीता है। ਅੱਜ ਦਾ ਮਹਾਨ ਦਿਹਾੜਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕਾ ਜੋਤੀ ਜੋਤ ਦਿਵਸ ਸਨ 1552 ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। 48 ਕੁ ਵਰਿਆਂ ਦੀ ਆਰਬਲਾ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਇਹ ਜਿਹੜਾ ਸਰੀਰਕ ਚੋਲਾ ਸਤਿਕਾਰਯੋਗ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੇਟ ਲਿਆ। ਅੱਜ ਦਾ ਉਹ ਮਹਾਨ ਪੁਰਬ ਹੈ, ਮਹਾਨ ਦਿਹਾੜਾ ਹੈ ਸਾਧ ਸੰਗਤ ਜੀਓ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਥਮ ਭਾਈ ਗੁਰਦਾਸ ਸਾਹਿਬ ਜੀ ਜਿਵੇਂ ਪੌੜੀ ਦੇ ਅੰਦਰ ਅੰਕਿਤ ਕਰਦੇ ਹਨ, ਸੋ ਟਿੱਕਾ ਸੋ ਛਤਰ ਧਰ ਸੋਈ ਸੱਚਾ ਤਖਤ ਟਿਕਾਈ, ਗੁਰ ਨਾਨਕ ਹੰਦੀ ਮੋਰ ਹੱਥ ਗੁਰ ਅੰਗਦ ਦੀ ਦੋਹੀ ਫਰਾਈ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ, ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਕਰ ਆਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਦਾਤ ਜੋਤ ਖਸਮੈ ਵਡਿਆਈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰੋਂ ਜੋ ਅਮਰ ਪਦਵੀ ਪਾਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਤੋਂ ਤੀਸਰੀ ਥਾਏ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੀਸ ਤੇ ਉਹ ਨਿਰੰਜਨੀ ਛਤਰ ਚੁਲਾ ਦਿੱਤਾ। ਮਹਾਨ ਅੱਜ ਦਾ ਉਹ ਦਿਹਾੜਾ ਹੈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਬੇਰਾ ਸਮਾਂ ਸਤਿਗੁਰੂ ਮਹਾਰਾਜ ਜੀਆਂ ਦੇ ਘਰ ਤੋਂ ਪਹਿਲਾਂ ਦੂਰ ਹੀ ਰਹੇ, ਕਿਉਂਕਿ ਪਤਾ ਨਹੀਂ ਸੀ ਮਹਾਰਾਜ ਜੀਆਂ ਦੇ ਘਰ ਦਾ। ਭਾਈ ਜੋਧ ਜੀ ਇੱਕ ਹੋਏ ਹਨ, ਉਹਨਾਂ ਕੋਲੋਂ ਪਾਵਨ ਆਸਾ ਦੀ ਵਾਰ ਦੀ ਇੱਕ ਪੌੜੀ ਦੀ ਇੱਕ ਪਾਵਨ ਪਵਿੱਤਰ ਬਚਨ ਸਰਵਣ ਕੀਤੇ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ। ਹਮੇਸ਼ਾ ਅੰਦਰ ਇਹੋ ਤਾਂਗ ਰਹਿਣੀ ਵੀ ਸਤਿਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦੀਦਾਰ ਪਾਈਏ। ਇਤਿਹਾਸ ਤੋਂ ਸਾਧ ਸੰਗਤ ਜੀਓ ਆਪ ਭਲੀ ਪ੍ਰਕਾਰ ਜਾਣੂ ਹੋ। ਜਾ ਰਹੇ ਸਨ ਦੇਵੀ ਦੀ ਯਾਤਰਾ ਤੇ, ਰਸਤੇ ਅੰਦਰ ਕਰਤਾਰਪੁਰ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਪਹੁੰਚਦੇ ਨੇ। ਤੇ ਜਿਸ ਪ੍ਰਕਾਰ ਪਹੁੰਚੇ ਨੇ, ਘੋੜੀ ਉੱਪਰ ਸਵਾਰ ਹੋ ਕਰਕੇ ਗਏ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ, ਕਿਉਂਕਿ ਜਿਹੜੇ ਵਸਤਰ ਸਨ ਉਹ ਸੰਸਾਰੀ ਸਨ, ਪਹਿਚਾਨ ਨਾ ਸਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦਾ ਰਸਤਾ ਪੁੱਛ ਰਹੇ ਨੇ। ਪਹੁੰਚੇ ਕਰਤਾਰਪੁਰ, ਆਪ ਘੋੜੀ ਤੇ ਸਵਾਰ ਨੇ। ਜਿਹੜਾ ਬਾਕੀ ਜਥਾ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਹੁਣੇ ਥੋੜੇ ਸਮੇਂ ਵਿੱਚ ਆਉਣਾ ਹਾਂ। ਘੋੜੀ ਪਰ ਸਵਾਰ ਹੋ ਕਰਕੇ ਉਸੇ ਗਲੀ ਵਿੱਚ ਜਿਹੜੇ ਪਾਸੇ ਮਹਾਰਾਜ ਜੀਆਂ ਦਾ ਘਰ ਸੀ ਉਸੇ ਪਾਸੇ ਨੂੰ ਤੁਰ ਪਏ। ਅੱਗੇ ਕੋਈ ਆਏ, ਪੁੱਛਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਵਿੱਚ ਜਾਣਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪ ਹੀ ਘੋੜੇ ਦੀਆਂ ਵਾਗਾਂ ਪਕੜ ਲਈਆਂ। ਆਪ ਅੱਗੇ ਅੱਗੇ ਮਹਾਰਾਜ ਤੁਰਦੇ ਗਏ, ਭਾਈ ਲਹਿਣਾ ਜੀ ਘੋੜੀ ਉੱਪਰ ਸਵਾਰ ਉਸੇ ਪ੍ਰਕਾਰ ਤੁਰਦੇ ਗਏ।
ਘਰ ਜਦੋਂ ਪਹੁੰਚਦੇ ਨੇ ਪੁਰਖਾ ਇਸ ਪਾਸੇ ਘੋੜੀ ਨੂੰ ਬੰਨਿਆ, ਇਸ਼ਾਰਾ ਕੀਤਾ ਕਿੱਲੇ ਤੇ ਵੀ ਇਸ ਪਾਸੇ ਘੋੜੀ ਨੂੰ ਬੰਨ ਕੇ ਅੰਦਰ ਆ। ਘੋੜੀ ਨੂੰ ਬੰਨ ਕੇ ਜਦੋਂ ਅੰਦਰ ਗਏ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਗੱਦੀ ਉੱਪਰ ਸੁਭਾਏਮਾਨ ਹਨ। ਸੰਗਤਾਂ ਨਮਸਕਾਰ ਕਰ ਰਹੀਆਂ ਹਨ। ਜਦੋਂ ਸਾਹਮਣੇ ਵੇਖਿਆ ਵੀ ਜਿਹੜੇ ਤਾਂ ਮੇਰੀ ਘੋੜੀ ਦੀ ਵਾਗਾਂ ਪਕੜ ਕੇ ਆਪ ਲੈ ਕੇ ਆਏ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ। ਮਨ ਦੇ ਅੰਦਰ ਬੜਾ ਵੱਡਾ ਪਛਤਾਵਾ ਮਨ ਨੂੰ ਲੱਗ ਗਿਆ। ਉਹ ਮੂਰਖ ਮਣਾ, ਪਾਤਸ਼ਾਹ ਪੈਦਲ ਆਏ ਨੇ ਤੇ ਤੂੰ ਚੜ ਕੇ ਆਇਆ ਹੈ। ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਇਹ ਅਵਗਿਆ ਭੁੱਲ ਦੀ ਖਿਮਾ ਜਾਚਨਾ ਕੀਤੀ, ਪਾਤਸ਼ਾਹ ਘੋੜੀ ਪਰ ਚੜ ਕੇ ਆਇਆ ਹਾਂ, ਤੁਸੀਂ ਮੈਨੂੰ ਖਿਮਾ ਕਰ ਦੇਵੋ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬੋਲ ਸਨ, ਜਿਨ੍ਹਾਂ ਨੇ ਕੁਛ ਲੈਣਾ ਹੈ ਲੈਣ ਵਾਲੇ ਘੋੜੀਆਂ ਤੇ ਚੜ ਕੇ ਹੀ ਆਉਂਦੇ ਹਨ। ਮਹਾਰਾਜ ਜੀਆਂ ਦੀਆਂ ਇਹ ਡੂੰਘੀਆਂ ਰਮਜਾਂ ਹਨ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਹਨ ਭਾਈ ਲਹਿਣਾ ਜੀ ਦੇ ਬਾਬਤ ਕਿ ਜੋ ਇਹ ਆਏ ਹਨ, ਇਹਨਾਂ ਦੇ ਸੀਸ ਤੇ ਨਿਰੰਜਨੀ ਛਤਰ ਝੁੱਲਣੇ ਹਨ। ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਫਿਰ ਜਥੇ ਨੂੰ ਪਿੱਛੇ ਸੁਨੇਹਾ ਭੇਜ ਦਿੱਤਾ ਕਿ ਹੁਣ ਅਸਾਂ ਨੇ ਵਾਪਸ ਨਹੀਂ ਆਉਣਾ। ਸਾਨੂੰ ਆਪਣਾ ਟਿਕਾਣਾ, ਸਾਨੂੰ ਆਪਣੀ ਮੰਜ਼ਿਲ ਮਿਲ ਗਈ ਹੈ, ਜਿਸ ਮੰਜ਼ਿਲ ਦੀ ਭਾਲ ਦੇ ਅੰਦਰ ਕਈ ਵਰਿਆਂ ਤੋਂ ਭਟਕ ਰਹੇ ਸਾਂ। ਸਾਨੂੰ ਆਪਣੀ ਉਹ ਮੰਜ਼ਿਲ ਮਿਲ ਗਈ ਹੈ। ਮੰਜ਼ਿਲ ਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਚਰਨ ਛੋਹ। ਮਹਾਰਾਜ ਜੀਆਂ ਦੇ ਘਰ ਦੇ ਅੰਦਰ ਸੇਵਾ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਭਾਈ ਲਹਿਣਾ ਜੀ ਸੇਵਾ ਦੇ ਅੰਦਰ ਜੁੜਦੇ ਨੇ। ਤੇ ਜਦੋਂ ਵੀ ਸਾਧ ਸੰਗਤ ਜੀਓ ਸੇਵਾ ਦੀ ਗੱਲ ਚੱਲੇਗੀ, ਭਾਈ ਲਹਿਣਾ ਜੀ ਦਾ ਨਾਮ ਸਭ ਤੋਂ ਅਵਲ ਪ੍ਰਥਮ ਆਏਗਾ। ਭਾਈ ਲਹਿਣੇ ਜੀ ਵਾਂਗ ਕਿਸੇ ਨੇ ਕੋਈ ਸੇਵਾ ਕਾਲ ਕਮਾਈ ਨਹੀਂ ਕਾਲ ਦੇਣੀ। ਭਾਵੇਂ ਕਿ ਘਰੋਂ ਬੜੇ ਧਨਾੜ ਸਨ, ਪਿਤਾ ਪੁਰਖੀ ਕਿੱਤਾ ਬੜਾ ਧਨਾੜ ਸੀ, ਸ਼ਾਹੂਕਾਰਾ ਕਰਦੇ ਸਨ ਸਤਿਕਾਰਯੋਗ ਬਾਬਾ ਫੇਰੂ ਜੀ, ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਸਤਿਕਾਰਯੋਗ ਪਿਤਾ। ਹਰੀ ਕੇ ਪੱਤਨ ਇਹਨਾਂ ਦਾ ਚੰਗਾ ਸੋਹਣਾ ਕਾਰੋਬਾਰ ਸੀ, ਕਿਉਂਕਿ ਹਰੀ ਕੇ ਪੱਤਨ ਤੋਂ ਹੀ ਉਥੋਂ ਹੀ ਲੋਕਾਂ ਦਾ ਬਹੁਤਾਤ ਵਿੱਚ ਲਾਂਘਾ ਹੋਣਾ। ਹਰੀ ਕੇ ਪੱਤਨ ਇਹਨਾਂ ਨੇ ਕਾਰੋਬਾਰ ਉੱਥੇ ਸੋਹਣਾ ਇਹਨਾਂ ਦਾ ਕਾਰੋਬਾਰ ਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਵਿੱਚ ਆਏ, ਹਿਰਦੇ ਤੋਂ ਜਿੰਨਾ ਵੀ ਉਹ ਅਹੰਕਾਰ ਸੀ ਨਾ ਅਮੀਰ ਪੁਣੇ ਦਾ ਧਨ ਦੌਲਤ ਦਾ, ਉਹ ਸਾਰਾ ਹੀ ਆਪਣੇ ਹਿਰਦੇ ਤੋਂ ਦੂਰ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਸੇਵਾ ਦੇ ਅੰਦਰ ਜੁੜ ਗਏ। ਥੋੜੇ ਸਮੇਂ ਬਾਅਦ ਨਾ ਕੁਝ ਇੱਕ ਦਿਨਾਂ ਦੇ ਵਾਸਤੇ ਘਰ ਵਿੱਚ ਗਏ। ਜਦੋਂ ਦੁਬਾਰਾ ਫਿਰ ਘਰੋਂ ਵਾਪਸ ਆਏ, ਸਿੱਧਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਗਏ ਤੇ ਜਾ ਕੇ ਜਦੋਂ ਕਰਤਾਰਪੁਰ ਪੁੱਛਿਆ ਸਤਿਕਾਰਯੋਗ ਮਾਤ ਸੁਲੱਖਣੀ ਜੀਆਂ ਤੋਂ, ਪੁੱਛਿਆ ਮਹਾਰਾਜ ਕਿੱਥੇ ਹਨ? ਅੱਗੋਂ ਸੁਨੇਹਾ ਮਿਲਿਆ ਕਿ ਸਤਿਗੁਰੂ ਮਹਾਰਾਜ ਖੇਤਾਂ ਵਿੱਚ ਹਨ। ਖੇਤਾਂ ਵਿੱਚ ਸੁਣਦਿਆਂ ਸਾਰ ਜਿਹੜੇ ਪਾਸੇ ਮਹਾਰਾਜ ਜੀਆਂ ਦੇ ਖੇਤ ਸਨ, ਭਾਈ ਲਹਿਣਾ ਜੀ ਵੀ ਉਸੇ ਪਾਸੇ ਨੂੰ ਚਲੇ ਗਏ। ਜਾ ਕਰਕੇ ਕੀ ਵੇਖਿਆ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਝੋਨੇ ਦੇ ਖੇਤ ਦੇ ਵਿੱਚੋਂ ਨਦੀਨ ਕੱਢ ਰਹੇ ਨੇ। ਘਾਹ ਵਾਧੂ ਘਾਹ ਜਿਹੜਾ ਹੈ ਉਹ ਕੱਢ ਰਹੇ ਨੇ। ਇਹ ਵੀ ਲੱਗ ਗਏ ਘਾਹ ਕੱਢਣ ਵਾਸਤੇ ਹੋਰਨਾਂ ਵੱਲੇ ਵੇਖ ਕਰਕੇ, ਪਰ ਘਾਹ ਦਾ ਤੇ ਝੋਨੇ ਦਾ ਇਹਨਾਂ ਨੂੰ ਫਰਕ ਨਹੀਂ ਸੀ ਪਤਾ ਬਹੁਤਾ ਕਦੇ, ਕਿਉਂਕਿ ਇਹਨਾਂ ਨੇ ਉਹ ਕੰਮਕਾਰ ਨਹੀਂ ਸੀ ਕੀਤਾ। ਭੁਲੇਖੇ ਦੇ ਨਾਲ ਇਹਨਾਂ ਨੇ 2-4 ਬੂਟੇ ਝੋਨੇ ਦੇ ਪੁੱਟ ਦਿੱਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਵਾਜ਼ ਦਿੱਤੀ, ਕੋਲ ਬੁਲਾਇਆ, ਪੰਡ ਬੰਨ ਕੇ ਨਾ ਗਿੱਲੇ ਘਾਹ ਦੀ ਭਾਈ ਲਹਿਣਾ ਜੀ ਦੇ ਸੀਸ ਦੇ ਉੱਪਰ ਰਖਾ ਦਿੱਤੀ। ਕਹਿੰਦੇ ਤੁਸੀਂ ਚੱਲੋ, ਅਸੀਂ ਆਉਨੇ ਹਾਂ ਘਰ ਨੂੰ। ਜਦੋਂ ਘਰ ਆਏ, ਇਤਿਹਾਸਕਾਰ ਲਿਖਦੇ ਨੇ ਮਾਤ ਸੁਲੱਖਣੀ ਜੀਆਂ ਨੇ ਵੇਖਿਆ ਕਿ ਭਾਈ ਲਹਿਣਾ ਜੀਆਂ ਦੇ ਜਿਹੜੇ ਬਸਤਰ ਸਨ ਨਾ, ਬੜੇ ਕੀਮਤੀ ਬਸਤਰ ਉਹਨਾਂ ਨੇ ਗਲ ਵਿੱਚ ਪਾਏ ਹੋਏ, ਕਿਉਂਕਿ ਅਮੀਰ ਘਰਾਣਾ ਸੀ। ਜਿਹੜੇ ਤਨ ਦੇ ਉੱਪਰ ਬਸਤਰ ਪਾਏ ਬੜੇ ਹੀ ਕੀਮਤੀ, ਪਰ ਚਿੱਕੜ ਦੇ ਨਾਲ ਉਹ ਸਾਰੇ ਹੀ ਜਿਹੜੇ ਬਸਤਰ ਉਹ ਸਾਰੇ ਹੀ ਮਲੀਨ ਹੋ ਗਏ। ਮਹਾਰਾਜ ਘਰ ਆਏ, ਮਾਤ ਜੀ ਲੱਗੇ ਕਹਿਣ, ਕਹਿੰਦੇ ਤੁਸੀਂ ਆਹ ਕੀ ਕੀਤਾ ਹੈ?
ਭਾਈ ਲਹਿਣਾ ਜੀਆਂ ਦੇ ਕੱਪੜਿਆਂ ਦੇ ਉੱਪਰ ਇੰਨੇ ਸੋਹਣੇ ਇਹਨਾਂ ਦੇ ਚਿੱਟੇ ਵਸਤਰ, ਇਹਨਾਂ ਵਸਤਰਾਂ ਦੇ ਉੱਪਰ ਵੇਖੋ ਚਿੱਕੜ ਨੇ, ਪੂਰੇ ਇਹਨਾਂ ਦੇ ਜਿਹੜੇ ਵਸਤਰ ਹਨ, ਕੱਪੜੇ ਪੂਰੀ ਤਰ੍ਹਾਂ ਮਿੱਟੀ ਦੇ ਨਾਲ ਖਰਾਬ ਹੋ ਗਏ ਹਨ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਉਸ ਵਕਤ ਬਚਨ ਸਨ, ਕਹਿੰਦੇ ਤੁਹਾਨੂੰ ਇਹ ਚਿੱਕੜ ਦਿਖਾਈ ਦੇ ਰਿਹਾ ਹੈ, ਸਾਨੂੰ ਤਾਂ ਇਹ ਕੇਸਰ ਦੇ ਛਿੱਟੇ ਦਿਖਾਈ ਦੇ ਰਹੇ ਹਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਨੂੰ ਇਹ ਚਿੱਕੜ ਦਿਖਾਈ ਦੇ ਰਿਹਾ ਹੈ ਗੁਰੂ ਘਰ ਦੀ ਸੇਵਾ ਦੇ ਵਿੱਚੋਂ, ਪਰ ਇਹ ਚਿੱਕੜ ਨਹੀਂ ਹੈ, ਇਹ ਤਾਂ ਕੇਸਰ ਦੇ ਛਿੱਟੇ ਨੇ। ਮਹਾਰਾਜ ਜੀਆਂ ਦੇ ਘਰ ਦੇ ਅੰਦਰ ਜਿਹੜੀ ਫਿਰ ਸੇਵਾ ਕਾਲ ਕਮਾਈ ਕਰ ਲਈ, ਭਾਈ ਸੱਤਾ ਭਾਈ ਬਲਵੰਡ ਜੀਆਂ ਨੇ जो रामकली की वार दे अंदर 3-4 पौड़ियां पातशाह जी की पावन पवित्र उस्तत दे अंदर उचारण कीतियां। जिन कीती सो मन्नना, को साल जवाहे साली, धर्म राय है देवता, लै गल्लां करे दलाली। कहंदे भाई वेखो जवान ते मूंजी दे बूटे विचों केड़ा श्रेष्ठ है? कुदरती मूंजी दा बूटा। जिन कीती सो मन्नना, को साल जवाहे साली, धर्म राय है देवता, लै गल्लां करे दलाली। लै गल्लां करे दलाली दे अर्थ की ने कि धन गुरु अंगद देव महाराज सच्चे पातशाह धर्म दे देवता हो गए अते ओ परमात्मा ते जीवां दे विचकार जिवें कोई विचोला होवे अपनी गल पहुंचाउण दे वास्ते धन गुरु अंगद देव महाराज जियां नूं कोई बचन करे, पातशाह जियां दे घर दे अंदर परमात्मा दे घर दे अंदर गल पहुंचाउंदे ने धन श्री गुरु अंगद देव महाराज सच्चे पातशाह। सतगुर आखै सा सच्चा करै सा बात होवै दरहाली, गुर अंगद दी दोही फिरी सच करता बंद बहाली। धन श्री गुरु अंगद देव महाराज सच्चे पातशाह जियां दी उस्तत, महाराज सच्चे पातशाह जियां दी जय जयकार सारे पासे हुई है। धन श्री गुरु अंगद देव महाराज सच्चे पातशाह जियां ने अथा महाराज जियां दे घर दे अंदर सेवा काल कमाई काली। महाराज जी धन धन सतगुरु श्री गुरु नानक देव महाराज जियां दी गद्दी दे उपर लगभग 1539 नूं महाराज जी सुशोभित हुंदे हन। जिवें आपां बचन पढ़ने हां, सतगुरु गुरु नानक देव महाराज सच्चे पातशाह जियां ने अपने पुत्रां दी थाएं धन धन सतगुरु श्री गुरु अंगद देव महाराज सच्चे पातशाह जियां नूं गद्दी दे उपर सुशोभित कीता। सतगुरु महाराज सच्चे पातशाह धन श्री गुरु नानक देव महाराज जियां ने प्रथम आप नमस्कार कीती धन धन श्री गुरु अंगद देव महाराज जियां नूं। भाई लहणा जी नूं इतिहासकार ये भी लिखते हैं कि जदों महाराज जियां ने नमस्कार कीती भाई लहणा जियां नूं पहले दिन करतारपुर, भाई लहणा जी दियां अखां पर आईयां। महाराज जियां ने वचन कहे कि पुरखा हुण तुसीं करतारपुर छड्ड के तुसीं खडूर साहिब दे पावन अस्थान ते उत्थे तुसीं चले जाओ। फिर वसाया फेरू आण सतगुर खडूर। महाराज जियां ने फिर खडूर साहिब दे पावन पवित्र अस्थान दा निर्माण करवाया। महाराज जी पुछदे ने सहज सुभाअ, कहंदे जदों साडा चित्त करे तुहाडे दर्शन दीदार करन नूं ते फिर धन श्री गुरु नानक देव महाराज जियां ने उत्थे शब्द कहे सन, कहंदे हुण दर्शन तुसां ने नहीं, हुण दर्शन असां ने तुहाडे करने हन। धन गुरु नानक देव महाराज सच्चे पातशाह आउंदे रहे हन। धन धन सतगुरु श्री गुरु नानक देव महाराज सच्चे पातशाह भाई लहणा जी जां धन धन सतगुरु श्री गुरु अंगद देव महाराज जियां दे दीदार करन दे वास्ते खडूर साहिब दे पावन मुबारक स्थानां ते महाराज जियां दे दीदार भी आण करके कीते। सतगुरु महाराज जियां दे कोल ना एक दिन सिद्ध आए विचार दे वास्ते। धन श्री गुरु अंगद देव महाराज जियां दे कोल जदों सिद्ध आए, उन्हां ने होर भी चर्चा कीती, विचार चर्चा महाराज जियां दे नाल। उन्हां ने महाराज जियां नूं इहो कहा कि बिना जोग साधना तो भवसागर तो पार उतारा नहीं है। धन श्री गुरु अंगद देव महाराज सच्चे पातशाह जियां ने पावन पवित्र गुरु नानक देव महाराज जियां दी पावन पवित्र बाणी दे विचों महाराज जियां ने उन्हां दी तसल्ली करवाई। फिर एक ने पूछया
ਸਿੱਧਾਂ ਦੇ ਵਿੱਚੋਂ ਭਾਈ ਲਹਿਣਾ ਜੀ ਨੂੰ ਕਹਿੰਦੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸੇ ਸਾਹਮਣੇ ਨਹੀਂ ਝੁਕੇ। ਸੁਮੇਰ ਪਰਬਤ ਤੇ ਅਸਾਂ ਨੇ ਵਿਚਾਰ ਕੀਤੀ, ਸਾਡੇ ਸਾਹਮਣੇ ਨਹੀਂ ਝੁਕੇ। ਮੱਕੇ ਦੀ ਧਰਤੀ ਤੇ ਹਾਜੀਆਂ ਨੇ ਟਿੱਲ ਲਾਇਆ, ਪਾਤਸ਼ਾਹ ਉੱਥੇ ਨਹੀਂ ਝੁਕੇ। ਭਾਈ ਲਹਿਣਾ ਤੁਹਾਡੇ ਕੋਲ ਕੀ ਸੀ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਲਹਿਣਾ ਜੀ ਤੁਹਾਡੇ ਸਾਹਮਣੇ ਝੁਕ ਗਏ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਲਹਿਣਾ ਜੀ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸੇ ਸਾਹਮਣੇ ਨਹੀਂ ਝੁਕੇ, ਭਾਈ ਲਹਿਣਾ ਤੁਹਾਡੇ ਕੋਲ ਐਸਾ ਕੀ ਸੀ ਗੁਰੂ ਨਾਨਕ ਦੇਵ ਮਹਾਰਾਜ ਤੁਹਾਡੇ ਸਾਹਮਣੇ ਕਿਵੇਂ ਝੁਕ ਗਏ? ਭਾਈ ਲਹਿਣਾ ਜੀਆਂ ਨੇ ਨਾ ਉਸ ਵਕਤ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ, ਕਹਿੰਦੇ ਨਹੀਂ, ਤੁਹਾਨੂੰ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਝੁਕੇ ਹਨ, ਪਾਤਸ਼ਾਹ ਝੁਕੇ ਨਹੀਂ ਹਨ। ਉਹ ਤਾਂ ਇਵੇਂ ਗੱਲ ਬਣੀ ਜਿਵੇਂ ਕੋਈ ਇੱਕ ਨਿੱਕਾ ਜਿਹਾ ਬੱਚਾ ਮਿੱਟੀ ਵਿੱਚ ਰੁਲਦਾ ਹੋਵੇ ਤੇ ਮਾਂ ਆਣ ਕੇ ਚੁੱਕੇ, ਮੈਂ ਤਾਂ ਮਿੱਟੀ ਵਿੱਚ ਰੁਲ ਰਿਹਾ ਸਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਨਿਵ ਕੇ ਮੈਨੂੰ ਚੁੱਕਿਆ ਹੈ। ਉਹ ਮੇਰੇ ਸਾਹਮਣੇ ਝੁਕੇ ਨਹੀਂ, ਬਲਕਿ ਮੈਨੂੰ ਮਿੱਟੀ ਵਿੱਚ ਰੁਲਦੇ ਹੋਏ ਨੂੰ ਪਾਤਸ਼ਾਹ ਜੀ ਨੇ ਚੁੱਕ ਲਿਆ। ਵੇਖੋ ਕਿੰਨੀ ਨਿਰਮਾਣਤਾ ਪਾਤਸ਼ਾਹ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਨਿਰਮਾਣਤਾ ਕਿਤਨੀ। ਕਹਿੰਦੇ ਮੈਂ ਕੋਈ ਪਾਤਸ਼ਾਹ ਮੇਰੇ ਸਾਹਮਣੇ ਝੁਕੇ ਨਹੀਂ ਹਨ, ਪਾਤਸ਼ਾਹ ਜੀਆਂ ਨੇ ਤਾਂ ਮੈਨੂੰ ਮਿੱਟੀ ਵਿੱਚ ਰੁਲਦੇ ਹੋਏ ਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਸ ਚੁੱਕਿਆ ਹੈ, ਮੈਂ ਤਾਂ ਰੁਲ ਰਿਹਾ ਸਾਂ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੀ ਅਜਿਹੀ ਵਡਿਆਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੀਸ ਤੇ ਨਿਰੰਜਨੀ ਛਤਰ ਝੁਲਾਇਆ। ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਆਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵ ਨਿਤ ਦਰਿਆਉ ਜਨਮ ਹਮ ਕਾਲਕ ਧੋਵੈ, ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਐਸੇ ਦੀਨ ਦਿਆਲ ਪਾਤਸ਼ਾਹ ਜੀ ਦੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੋਲ ਜਿਵੇਂ ਹੋਰ ਵੀ ਭਾਵਨਾ ਵਾਲੇ ਗੁਰੂ ਕੇ ਸਿੱਖ ਆਏ, ਇੱਕ ਦਿਨ ਭਾਈ ਕੇਦਾਰਾ ਜੀ ਆਏ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੋਲ। ਸਿੱਖੀ ਘਰ ਦੀ ਜਾਚਨਾ ਕੀਤੀ, ਮਹਾਰਾਜ ਕਿਵੇਂ ਸੰਸਾਰ ਦੇ ਇਸ ਸੜਦੇ ਹੋਏ ਭਵਸਾਗਰ ਦੇ ਵਿੱਚੋਂ ਕਿਵੇਂ ਬਚਿਆ ਜਾ ਸਕਦਾ ਹੈ? ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਜਿਹੜਾ ਫਿਰ ਉੱਤਰ ਦਿੱਤਾ, ਭਾਈ ਸੰਤੋਖ ਸਿੰਘ ਜੀਆਂ ਨੇ ਅੰਕਿਤ ਵੀ ਕੀਤਾ। ਮਹਾਰਾਜ ਜੀਆਂ ਤੋਂ ਉਹਨਾਂ ਨੇ ਬੇਨਤੀ ਰੂਪ ਵਿੱਚ ਪ੍ਰਸ਼ਨ ਪੁੱਛਿਆ, ਮਹਾਰਾਜ ਸੜਦੇ ਹੋਏ ਸੰਸਾਰ ਵਿੱਚ ਕਿਵੇਂ ਬਚਿਆ ਜਾ ਸਕਦਾ ਹੈ? ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਲੱਗੇ ਕਹਿਣ, ਪੁਰਖਾ ਜੰਗਲ ਵਿੱਚ ਅੱਗ ਲੱਗੀ ਹੋਵੇ, ਬਨਸਪਤੀ ਸੜਦੀ ਹੋਵੇ, ਘਾਹ ਫੂਸ ਸੜਦਾ ਹੋਵੇ, ਜਿੰਨੇ ਵੀ ਵਿੱਚ ਕੋਈ ਵੀ ਮਿਰਗ ਨੇ ਹੋਰ ਪਸ਼ੂ ਪੰਛੀ ਨੇ ਉਹ ਕਿੱਥੇ ਆਸਰਾ ਲੈਂਦੇ ਨੇ? ਉਹ ਭੱਜ ਕੇ ਆਸਰਾ ਲੈਂਦੇ ਨੇ ਜਿਸ ਥਾਂ ਤੇ ਕੋਈ ਤਲਾਬ ਹੋਵੇ ਪਾਣੀ ਦਾ, ਜਿਸ ਥਾਂ ਤੇ ਕੋਈ ਝਰਨਾ ਜਾਂ ਕੋਈ ਵੀ ਪਾਣੀ ਦਾ ਸਰੋਤ ਹੋਵੇ, ਸਾਰੇ ਭੱਜ ਕੇ ਉੱਥੇ ਜਾਣਗੇ ਬਚਣ ਦੇ ਵਾਸਤੇ। ਸੰਸਾਰ ਵਿੱਚ ਲੱਗੀ ਹੋਈ ਹੈ ਅੱਗ ਤੇ ਭਾਈ ਕੇਦਾਰਾ ਬਚਣਾ ਹੈ ਤੇ ਪਾਣੀ ਰੂਪੀ ਤਲਾਬ ਹੈ ਗੁਰੂ ਕੀ ਸਤ ਸੰਗਤ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਕੀ ਸੰਗਤ ਵਿੱਚ ਅਸਥਾਨ ਹੈ। ਜੇ ਬਚਣਾ ਹੈ ਸੜਦੇ ਹੋਏ ਸੰਸਾਰ ਤੋਂ, ਬਚਣਾ ਹੈ ਉਹਨਾਂ ਵਿਕਾਰਾਂ ਤੋਂ, ਗੁਰੂ ਕੀ ਸਤ ਸੰਗਤ ਦੇ ਵਿੱਚ, ਗੁਰੂ ਕੀ ਸੰਗਤ ਦੇ ਵਿੱਚ ਆਣ ਕੇ ਸ਼ਰਨ ਲੈ, ਗੁਰੂ ਵੀ ਤੈਨੂੰ ਭਵਸਾਗਰ ਤੋਂ ਪਾਰ ਉਤਾਰਾ ਕਰਵਾ ਦੇਣਗੇ। ਗੁਰ ਬਾਬਾ ਫਿਟ ਕੇ ਸੇ ਫਿਟੇ, ਗੁਰ ਅੰਗਦ ਕੀਤੇ ਕੂੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ। ਗੁਰ ਚੌਥੀ ਪੀੜੀ ਟਿਕਿਆ, ਤਿਨ ਨਿੰਦਕ ਦੁਸ਼ਟ ਸਭ ਤਾਰੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਨਾ ਗੌੜੀ ਕੀ ਵਾਰ ਦੇ ਅੰਦਰ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਉਹਨਾਂ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜੇ ਕੋਈ ਵੀ ਪਾਤਸ਼ਾਹ ਜੀਆਂ ਦੇ ਘਰ ਦੇ ਨਾਲ ਚੜ ਕੇ ਆਇਆ ਤੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਹਨਾਂ ਨੂੰ ਉਹਨਾਂ ਦੇ ਜੀਵਨ ਦਾ ਅਮਲੀ ਸ਼ੀਸ਼ਾ ਮਹਾਰਾਜ ਜੀਆਂ ਨੇ ਵਿਖਾਲ ਕੇ ਰੱਖ ਦਿੱਤਾ। ਇਤਿਹਾਸ ਦੇ ਅੰਦਰ ਆਉਂਦਾ ਹੈ, ਖਡੂਰ ਸਾਹਿਬ ਦੀ ਨਗਰੀ ਦੇ ਅੰਦਰ ਹੀ
ਇੱਕ ਚੌਧਰੀ ਉਹਦਾ ਨਾਮ ਸੀ ਮਲੂਕਾ। ਉਹਨੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਘਰ ਦੇ ਨਾਲ ਉਹਨੇ ਬੜੀ ਵਕੀਲੀ ਕਰਨੀ। ਜਦੋਂ ਉਹਦਾ ਚਿੱਤ ਕਰਨਾ, ਉਹਨੇ ਨਸ਼ੇ ਦੇ ਵਿੱਚ ਆਣ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਘਰ ਵੱਲੇ ਮੂੰਹ ਕਰਕੇ ਚੁਬਾਰੇ ਤੇ ਚੜ ਕੇ, ਕਿਉਂਕਿ ਪੈਸਾ ਟਕਾ ਸੀ, ਚੁਬਾਰੇ ਤੇ ਚੜ ਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੂੰ ਮੰਦਾ ਚੰਗਾ ਬੋਲਣਾ। ਪਾਤਸ਼ਾਹ ਜੀਆਂ ਦਾ ਸੁਭਾਅ ਬਖਸ਼ੰਦ ਸੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ। ਇਹਨੂੰ ਮਿਰਗੀ ਦੇ ਦੌਰੇ ਪੈਣ ਲੱਗੇ। ਘਰ ਦੇ ਉਹਨਾਂ ਨੂੰ ਇੱਕ ਦਿਨ ਚੌਧਰੀ ਮਲੂਕੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਘਰ ਵਿੱਚ ਲੈ ਕੇ ਆਏ। ਪਾਤਸ਼ਾਹ ਤੁਸੀਂ ਨਜ਼ਰੇ ਅਨਾਇਤ ਕਰੋ, ਤੁਸੀਂ ਇਹਨੂੰ ਮਹਾਰਾਜ ਤੰਦਰੁਸਤੀ ਦੀ ਦਾਤ ਦੇਵੋ। ਵੇਖੋ ਉਹੀ ਸੱਜਣ, ਉਹ ਮਨੁੱਖ, ਉਹ ਚੌਧਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਘਰ ਨੂੰ ਮੰਦਾ ਚੰਗਾ ਬੋਲ ਰਿਹਾ ਹੈ, ਤੇ ਪਾਤਸ਼ਾਹ ਉਹਦੀ ਤੰਦਰੁਸਤੀ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੰਦਰੁਸਤ ਪਏ ਕਰਦੇ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਨੂੰ ਜਦੋਂ ਹੋਸ਼ ਆਈ, ਚੌਧਰੀ ਮਲੂਕੇ ਨੂੰ ਸਮਝਾਇਆ। ਮਹਾਰਾਜ ਜੀਆਂ ਨੇ ਕਹਿੰਦੇ ਤੂੰ ਆ ਭੈੜਾ ਨਸ਼ਾ ਛੱਡ ਦੇ, ਸ਼ਰਾਬ ਦਾ ਨਸ਼ਾ ਛੱਡ ਦੇ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਇਹਨੇ ਥੋੜੇ ਕੁ ਦਿਨ ਤਾਂ ਹੁਕਮ ਮੰਨਿਆ। ਫਿਰ ਇੱਕ ਦਿਨ ਸ਼ਾਮ ਦੇ ਵੇਲੇ ਆਪਣੇ ਘਰ ਦੇ ਅੰਦਰ ਫਿਰ ਇਹਨੇ ਨਸ਼ਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਨੂੰ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੂੰ ਇਹਨੇ ਫਿਰ ਮੰਦਾ ਚੰਗਾ ਬੋਲਣਾ ਸ਼ੁਰੂ ਕੀਤਾ। ਕੋਠੇ ਉੱਪਰ ਚੜਿਆ ਹੋਇਆ ਸੀ, ਉਥੋਂ ਹੀ ਇਹਨੂੰ ਮਿਰਗੀ ਦਾ ਦੌਰਾ ਪਿਆ। ਧੌਣ ਪਰਨੇ ਹੇਠਾਂ ਡਿੱਗਿਆ, ਉੱਪਰੋਂ ਚਬਾਰੇ ਤੋਂ ਥਾਏ ਮੌਤ ਹੋਈ। ਪਾਤਸ਼ਾਹ ਜੀਆਂ ਦੇ ਕੋਲ ਖਬਰ ਪਹੁੰਚੀ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਹਾ ਭਾਈ ਅਸੀਂ ਤਾਂ ਇਸ ਨੂੰ ਕਿਤਨਾ ਸਮਝਾਇਆ ਸੀ। ਚੌਧਰੀ ਮਲੂਕੇ ਦਾ ਜਿਸ ਪ੍ਰਕਾਰ ਉੱਥੇ ਹਸ਼ਰ ਹੋਇਆ, ਅੱਜ ਸਤਿਗੁਰੂ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜੇ ਦਰਸ਼ਨ ਦੀਦਾਰ ਕਰਨੇ ਹਨ ਭਾਈ, ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪਾਤਸ਼ਾਹ ਜੀਆਂ ਦੇ ਜਿਹੜੇ 62 ਸ਼ਲੋਕ ਹਨ ਪਾਵਨ ਪਵਿੱਤਰ ਬਾਣੀ ਦੇ ਅੰਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਚੌਥਾ ਪੈਰ ਸਭਾ ਕੇ ਸੁਰਤਿਆਂ ਉਪਜਿਆ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ, ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ, ਸੱਤੀ ਪਹਿਰੀ ਸੱਤ ਭਲਾ। ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਜੋ ਸਾਨੂੰ ਨਿਰਮਲ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਸੱਤੀ ਪਹਿਰੀ ਸੱਤ ਭਲਾ, ਬਈਐ ਪੜਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ, ਬੋਲਣ ਫਾਦਲ ਨਾਨਕਾ, ਦੁੱਖ ਸੁਖ ਖਸਮੈ ਪਾਸ। ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਦਰਸ਼ਨ ਦੀਦਾਰ ਕਰੀਏ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਨਾ ਪਾਵਨ ਪਵਿੱਤਰ ਆਪਣੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੇਵਲ ਸ਼ਲੋਕ ਹਨ। ਇਹ ਤਾਂ ਆਪ ਜੀਆਂ ਨੂੰ ਬਾਤ ਭਲੀ ਭਾਂਤ ਹੀ ਪਤਾ ਹੈ। ਜਦੋਂ ਆਪਾਂ ਬਾਣੀ ਵਿੱਚੋਂ ਦਰਸ਼ਨ ਕਰਾਂਗੇ, ਜਿਵੇਂ ਅੱਜ ਮੁੱਖ ਵਾਕ ਆਇਆ ਹੈ ਸੋਰਠ ਮਹੱਲਾ ਪੰਜਵਾਂ ਜਾਂ ਗੌੜੀ ਮਹੱਲਾ ਪੰਜਵਾਂ, ਕਿਤੇ ਵੀ ਬਾਣੀ ਵਿੱਚ ਨਹੀਂ ਆਏਗਾ ਸੋਰਠ ਮਹੱਲਾ ਦੂਜਾ, ਬਾਣੀ ਵਿੱਚ ਨਹੀਂ ਆਏਗਾ ਗੌੜੀ ਮਹੱਲਾ ਦੂਜਾ। ਕਿਉਂ? ਪਾਤਸ਼ਾਹ ਜੀਆਂ ਦੇ ਸ਼ਬਦ ਨਹੀਂ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੇਵਲ ਸ਼ਲੋਕ ਹੀ ਹਨ। ਸ਼ਲੋਕ ਮਹੱਲਾ ਦੂਸਰਾ ਆਏਗਾ, ਸੋਰਠ ਮਹੱਲਾ ਦੂਸਰਾ, ਇਸ ਪ੍ਰਕਾਰ ਸ਼ਬਦ ਨਹੀਂ ਆਉਣਗੇ। ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਬਾਣੀ, ਜਦੋਂ ਕੋਈ ਵੀ ਰਾਗ ਆਰੰਭ ਹੋਵੇਗਾ ਸਾਧ ਸੰਗਤ ਜੀ, ਪਹਿਲੇ ਪਾਤਸ਼ਾਹ ਜੀਆਂ ਦੇ ਸ਼ਬਦ, ਪਹਿਲੇ ਪਾਤਸ਼ਾਹ ਤੋਂ ਬਾਅਦ ਤੀਸਰੇ ਪਾਤਸ਼ਾਹ ਦੇ ਸ਼ਬਦ ਆਉਣਗੇ। ਦੂਸਰੇ ਪਾਤਸ਼ਾਹ ਜੀਆਂ ਦੇ ਕੇਵਲ ਸ਼ਲੋਕ ਹਨ, ਉਹ ਵੀ ਵੱਖ-ਵੱਖ ਵਾਰਾਂ ਦੇ ਅੰਦਰ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਉਹ ਪਾਵਨ ਪਵਿੱਤਰ ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜੀਵਨ ਦੀ ਸਾਨੂੰ ਸੁਚੱਜੀ ਸੇਧ ਦੇਣ ਦੇ ਵਾਸਤੇ ਕਿ ਜੀਵਨ ਕਿਸ ਪ੍ਰਕਾਰ ਸਜਣਾ ਜੀਵਨਾ ਹੈ। ਗੁਰੂ ਜਿਵੇਂ ਆਪਾਂ ਸਾਧ ਸੰਗਤ ਜੀਓ ਪਾਵਨ ਆਸਾ ਕੀ ਵਾਰ ਦੇ ਵਿੱਚ ਵੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਲੋਕਾਂ ਦੇ ਦੀਦਾਰ ਕਰਨੇ ਹਾਂ। ਹੋਰ ਵੀ ਵਾਰਾਂ ਦੇ ਅੰਦਰ ਵੱਖ-ਵੱਖ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜਿਹੜੇ ਪਾਵਨ ਪਵਿੱਤਰ ਸ਼ਲੋਕ ਹਨ ਮਹਾਰਾਜ ਜੀਆਂ ਨੇ ਉਹ ਰੱਖੇ ਹੋਏ ਹਨ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨਾਂ ਦੇ ਦਰਸ਼ਨ ਦੀਦਾਰ ਪਾਈਏ।
ਸਮਾਂ ਆਇਆ ਮਹਾਰਾਜ ਜੀਆਂ ਦਾ ਚੇਤਰ ਮਹੀਨੇ ਸਨ 1552 ਨੂੰ ਮਹਾਰਾਜ ਜੀ 48 ਕੁ ਵਰਿਆਂ ਦੀ ਆਰਬਲਾ ਸੀ, ਜਿਸ ਦਿਨ ਮਹਾਰਾਜ ਜੀਆਂ ਨੇ ਆਪਣਾ ਇਹ ਸਰੀਰਕ ਚੋਲਾ ਮਹਾਰਾਜ ਜੀ ਸਮੇਟਦੇ ਹਨ। ਗੁਰ ਨਾਨਕ ਹੰਦੀ ਮੋਰ ਹੱਥ, ਗੁਰ ਅੰਗਦ ਦੀ ਦੋਹੀ ਫਰਾਈ, ਸੋ ਟਿੱਕਾ ਸੋ ਛਤਰ ਧਰ, ਸੋਈ ਸੱਚਾ ਤਖਤ ਟਿਕਾਈ। ਗੁਰ ਨਾਨਕ ਹੰਦੀ ਮੋਰ ਹੱਥ, ਗੁਰ ਅੰਗਦ ਦੀ ਦੋਈ ਫਰਾਈ, ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰਾ ਜੋਤ ਜਗਾਈ। ਲਹਿਣੇ ਪਾਈ ਨਾਨਕੋ, ਦੇਣੀ ਅਮਰਦਾਸ ਕਰ ਆਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਤਖਤਾਂ ਦੇ ਉੱਪਰ ਸੁਸ਼ੋਭਿਤ ਕੀਤਾ, ਕਿਉਂਕਿ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸੇਵਾ ਕਰਨ ਵਾਲੇ ਨੂੰ ਮਾਣ ਬਖਸ਼ਿਸ਼ ਕੀਤਾ, ਜੋ ਦਾਤ ਜੋਤ ਖਸਮੈ ਵਡਿਆਈ, ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹੋਂ ਲੇਖ ਲਿਖੇ ਹੋਏ ਸਨ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਕੀਤਾ। ਮਹਾਰਾਜ ਜੀ ਆਪ ਅੱਜ ਦੇ ਦਿਨ ਸਾਧ ਸੰਗਤ ਜੀਓ ਜੋਤੀ ਜੋਤ ਮਹਾਰਾਜ ਜੀ ਪ੍ਰਭੁਪੁਰ ਪਿਆਨਾ ਕਰਦੇ ਹਨ। ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ। ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ ਰਾਮ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ। ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ। ਸੋ ਐਸੇ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅੱਜ ਜੋਤੀ ਜੋਤ ਦਿਵਸ ਤੇ ਆਪ ਸੰਗਤ ਜੀ ਦੇ ਨਾਲ ਪਾਵਨ ਪਵਿੱਤਰ ਮਹਾਰਾਜ ਜੀਆਂ ਦੇ ਮੁਬਾਰਕ ਜੀਵਨ ਦੇ ਦਰਸ਼ਨ ਦਿਦਾਰ ਕੀਤੇ ਹਨ। ਸੋ ਆਓ ਪਾਵਨ ਪਵਿੱਤਰ ਅੱਜ ਦੇ ਸ਼੍ਰੀ ਮੁਖ ਵਾਕ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਬਖਸ਼ਿਸ਼ ਕੀਤੀ ਹੈ, ਆਓ ਸ਼ਬਦਾਂ ਦੇ ਵਿਚਾਰ ਪ੍ਰਾਰੰਭ ਕਰੀਏ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰੈ ਕਿਰਪਾ ਧਾਰੀ। ਰਾਗ ਸੋਰਠ ਹੈ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੇ ਉਚਾਰਨ ਕਰਤਾ ਹਨ। ਗੁਰਪੂਰੈ ਕਿਰਪਾ ਧਾਰੀ, ਪੂਰੇ ਗੁਰਾਂ ਨੇ ਸਾਡੇ ਉੱਪਰ ਤਰਸ ਕੀਤਾ, ਪੂਰੇ ਗੁਰਾਂ ਨੇ ਸਾਡੇ ਉੱਪਰ ਆਪਣੀ ਨਜ਼ਰੇ ਅਨਾਇਤ ਕੀਤੀ, ਕਿਰਪਾ ਕੀਤੀ। ਪ੍ਰਭ ਪੂਰੀ ਲੋਚ ਹਮਾਰੀ। ਸਾਡੀ ਆਤਮਿਕ ਜਿਹੜੀ ਇੱਛਾ ਸੀ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਉਹ ਪੂਰੀ ਕਰ ਦਿੱਤੀ ਹੈ। ਕਰ ਇਸਨਾਨ ਗ੍ਰਹਿ ਆਏ। ਅਸੀਂ ਨਾਮ ਰੂਪੀ ਜਲ ਦੇ ਅੰਦਰ ਇਸ਼ਨਾਨ ਕਰਕੇ ਨਿਜ ਘਰ ਨਿਜ ਆਤਮੇ ਘਰ ਦੇ ਅੰਦਰ ਅਸੀਂ ਟਿਕ ਆਏ ਹਾਂ। ਮਾਲਕ ਜੀਆਂ ਨੇ ਜਿਹੜੀ ਚਾਹਨਾ ਸੀ, ਜਿਹੜੀ ਇੱਛਾ ਸੀ, ਮਾਲਕ ਜੀਆਂ ਨੇ ਉਹ ਪੂਰਨ ਕਰ ਦਿੱਤੀ ਹੈ। ਇੱਛਾ ਕੀ ਸੀ? ਨਿਜ ਸਵਰੂਪ ਦੇ ਅੰਦਰ ਟਿਕਣਾ, ਮਾਲਕ ਜੀਆਂ ਦੇ ਘਰ ਦੇ ਅੰਦਰ ਥਾਂ, ਮਾਲਕ ਜੀਆਂ ਦੇ ਚਰਨਾਂ ਦੇ ਵਿੱਚ ਥਾਂ ਨਸੀਬ ਹੋ ਜਾਣੀ, ਇਹ ਅੰਦਰ ਦੀ ਇੱਛਾ। ਕਰ ਇਸ਼ਨਾਨ ਗ੍ਰਹਿ ਆਏ, ਨਿਜ ਘਰ ਵਿੱਚ ਆਏ ਹਾਂ। ਆਨੰਦ ਮੰਗਲ ਸੁਖ ਪਾਏ। ਭਾਈ ਹੁਣ ਸਾਨੂੰ ਵੱਡਾ ਆਨੰਦ ਮੰਗਲ ਸੁਖ ਸਾਨੂੰ ਪ੍ਰਾਪਤ ਹੋਇਆ ਹੈ। ਉਸ ਦੀਵੀ ਸੁਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਵਿੱਚੋਂ ਸਾਨੂੰ ਨਸੀਬ ਹੋਇਆ ਹੈ ਆਨੰਦ।
ਸਾਧ ਸੰਗਤ ਜੀ, ਜਿਤਨੇ ਵੀ ਕੋਈ ਸ਼ਬਦ ਹਨ, ਜਨਮ ਦਾ ਉਲਟ ਸ਼ਬਦ ਮੌਤ ਹੈ, ਸੁਖ ਦਾ ਉਲਟ ਸ਼ਬਦ ਦੁੱਖ ਹੈ, ਆਨੰਦ ਦਾ ਕੋਈ ਉਲਟ ਸ਼ਬਦ ਹੀ ਨਹੀਂ ਹੈ। ਭਾਵਾਂ ਕਿ ਕੋਈ ਪ੍ਰਸ਼ਾਦ ਪਾਣੀ ਛਕ ਲਵੇ ਤੇ ਕੋਈ ਕਹਿ ਦਵੇ ਜੀ ਆਨੰਦ, ਭਾਵਾਂ ਕਿ ਉਹ ਥੋੜ ਸਮੇਂ ਦਾ ਆਨੰਦ ਹੈ, ਪਰ ਇਹ ਆਨੰਦ ਤਾਂ ਉਹ ਹੈ ਜਿਹੜਾ ਸਦੀਵੀ ਗੁਰਮੁਖ ਅੰਤਰ ਸਹਿਜ ਹੈ। ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪਰਗਾਸ। ਫਿਰ ਨਾ ਉਹਨਾਂ ਵਾਸਤੇ ਕੋਈ ਦੁੱਖ ਹੈ, ਨਾ ਉਹਨਾਂ ਵਾਸਤੇ ਕੋਈ ਸੁਖ ਹੈ, ਉਹ ਤਾਂ ਆਪਣੇ ਨਿਜ ਆਤਮੇ ਘਰ ਦੇ ਅੰਦਰ ਟਿਕ ਗਏ ਹਨ। ਸੁਖ ਵੀ ਬੰਦੇ ਨੂੰ ਡੁਲਾ ਦਿੰਦਾ ਹੈ, ਜਿੱਥੇ ਦੁੱਖ ਨੇ ਡਲਾਉਣਾ ਹੈ ਦੁੱਖ ਨੇ ਵੀ ਡੁਲਾ ਦਿੱਤਾ ਤੇ ਸੁਖ ਨੇ ਵੀ ਬੰਦੇ ਨੂੰ ਡੁਲਾ ਦਿੱਤਾ। ਤਾਂ ਹੀ ਤਾਂ ਜਿਹੜੇ ਸ਼ਬਦ ਨੇ ਆਪਾਂ ਪੜ੍ਹਨੇ ਆਣਾ, ਜਾਂ ਸੁਖ ਤਾਂ ਸ਼ੌਰਾਵਿਓ, ਦੁੱਖ ਵੀ ਸੰਭਾਲੇ ਓਏ। ਨਾਨਕ ਕਹੈ ਸਿਆਣੀਏ, ਇਉ ਕੰਤ ਮਿਲਾਵਾ ਹੋਏ। ਇਹ ਭਾਈ ਇਹ ਤਰੀਕਾ ਹੈ, ਜੇ ਚਾਹੁੰਦੇ ਹਾਂ ਸਦੀਵੀ ਆਨੰਦ ਬਣਿਆ ਰਹੇ, ਮਹਾਰਾਜੀਆਂ ਦੇ ਘਰ ਦੇ ਅੰਦਰ ਬਿਨਾਂ ਬੇਨਤੀ ਕਰੀਏ, ਉਸ ਆਨੰਦ ਦੇ ਉਲਟ ਕੋਈ ਵੀ ਹੋਰ ਵਿਪਰੀਤ ਸ਼ਬਦ ਹੀ ਹੈ ਨਹੀਂ। ਆਨੰਦ ਮੰਗਲ ਸੁਖ ਪਾਏ। ਹੈ ਭਾਈ ਹੁਣ ਸਾਨੂੰ ਆਨੰਦ ਮੰਗਲ ਸੁਖ ਵੱਡੇ ਸੁਖ ਪ੍ਰਾਪਤ ਹੋਏ ਹਨ। ਸੰਤ ਰਾਮ ਨਾਮ ਨਿਸਤਰੀਐ। ਹੈ ਭਾਈ ਹੈ ਸੰਤ ਜਨੋ, ਭਵ ਸਾਗਰ ਤੋਂ ਤਰ ਜਾਈਦਾ ਹੈ, ਕਿਸ ਪ੍ਰਕਾਰ ਰਾਮ ਨਾਮ ਨਿਸਤਰੀਐ। ਹੈ ਭਾਈ ਸੰਸਾਰ ਭਵ ਸਾਗਰ ਤੋਂ ਜੇ ਤਰਨਾ ਹੈ, ਉਹਦਾ ਇੱਕੋ ਹੀ ਤਰੀਕਾ ਹੈ ਮਹਾਰਾਜ, ਕਿਵੇਂ? ਰਾਮ ਦੇ ਨਾਮ ਦੇ ਨਾਲ ਜੁੜ ਕਰਕੇ, ਪਰਿਪੂਰਨ ਪਰਮਾਤਮਾ ਦੇ ਨਾਮ ਦੇ ਸੰਗ ਜੁੜ ਕਰਕੇ। ਇਹੋ ਇੱਕ ਢੰਗ ਤਰੀਕਾ ਹੈ ਪਰਿਪੂਰਨ ਪਰਮਾਤਮਾ ਜੀਆਂ ਦੇ ਘਰ ਦੇ ਅੰਦਰ ਅਪੜਨ ਦਾ, ਮਾਲਕ ਜੀਆਂ ਦੇ ਘਰ ਵਿੱਚ ਇਸ ਭਵ ਸਾਗਰ ਤੋਂ ਪਾਰ ਹੋਣ ਦਾ ਹੋਰ ਕੋਈ ਤਰੀਕਾ ਨਹੀਂ ਹੈ। ਸੰਤ ਹੋ ਰਾਮ ਨਾਮ ਨਿਸਤਰੀਐ। ਨਿਸਤਰੀਐ ਕਹਿੰਦੇ ਹਨ ਭਵ ਸਾਗਰ ਨੂੰ ਤਰਨਾ। ਗੁਰਬਾਣੀ ਅੰਦਰ ਕਿਤੇ ਮਹਾਰਾਜੀਆਂ ਨੇ ਉੱਚੇ ਡੂੰਗਰ ਪਹਾੜ ਦੇ ਨਾਲ ਮਹਾਰਾਜੀਆਂ ਨੇ ਸੰਸਾਰ ਨੂੰ ਤਸ਼ਬੀਹ ਦਿੱਤੀ। ਜਿਹੜੀ ਕੋਈ ਘਾਟੀ ਉੱਪਰ ਚੜਨ ਨੂੰ ਕਿਤੇ ਪਹਾੜ ਨਾਲ ਤਸ਼ਬੀਹ ਦਿੱਤੀ ਸੰਸਾਰ ਦੀ, ਕਿਤੇ ਮਹਾਰਾਜੀਆਂ ਨੇ ਡੂੰਘੇ ਸਮੁੰਦਰ ਦੇ ਨਾਲ ਇਹਨੂੰ ਤਸ਼ਬੀਹ ਦਿੱਤੀ। ਪਹਾੜ ਤੇ ਚੜਨਾ ਹੋਵੇ ਤਾਂ ਵੀ ਬੰਦੇ ਦਾ ਭਾਰ ਘਟ, ਤੇ ਜੇ ਭਵ ਸਾਗਰ ਤੋਂ ਪਾਰ ਹੋਣਾ ਹੋਵੇ ਤਾਂ ਵੀ ਬੰਦੇ ਦਾ ਭਾਰ ਘਟ। ਤੇ ਮਹਾਰਾਜ ਕਹਿੰਦੇ ਬੰਦਿਆ ਤੂੰ ਤਾਂ ਦੋਵੇਂ ਕੰਮ ਹੀ ਉਲਟ ਕੀਤੇ ਹਨ। ਤਰਨਾ ਸੀ ਭਵ ਸਾਗਰ, ਵਿਕਾਰ ਪਾਥਰ ਗਲੇ ਬਾਂਧੇ, ਨਿੰਦ ਪੂਟ ਸਰਾਏ, ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ। ਭਵ ਸਾਗਰ ਤੋਂ ਪਾਰ ਹੋਣਾ ਸੀ ਤਰ ਕੇ, ਤੂੰ ਤਾਂ ਜਿੱਥੇ ਆਪਣੇ ਤੇਰੇ ਕੋਲ ਪੱਥਰ ਸਨ ਪਾਪਾਂ ਦੇ, ਨਿੰਦਾ ਚੁਗਲੀ ਕਰਕੇ ਲੋਕਾਂ ਦੇ ਵੀ ਪੱਥਰ ਤੂੰ ਨਾਲ ਗਲੇ ਬੰਨੀ ਜਾ ਰਿਹਾ ਹੈ। ਦੱਸ ਕਿਵੇਂ ਪਾਰ ਹੋਵੇਂਗਾ? ਇਹਨੂੰ ਮਹਾਰਾਜ ਕਹਿੰਦੇ ਬੇਕਾਰ ਪਾਥਰ ਗਲੇ ਬਾਂਧੇ, ਨਿੰਦ ਪੋਟ ਸਰਾਏ। ਚਲੋ ਆਪਣੇ ਤਾਂ ਜਿਹੜੇ ਪਾਪ ਸਨ ਉਹਨਾਂ ਨਾਲ ਤੇ ਤਰਨਾ ਹੀ ਸੀ। ਮਹਾਰਾਜ ਕਹਿੰਦੇ ਬੇਕਾਰ ਪਾਥਰ, ਜਿਨ੍ਹਾਂ ਦੀ ਲੋੜ ਵੀ ਨਹੀਂ ਸੀ। ਜਦੋਂ ਪਾਤਸ਼ਾਹ ਜੀਆਂ ਨੇ ਤੁਲੰਬੇ ਦੀ ਧਰਤੀ ਤੇ ਸੱਜਣ ਨੂੰ ਉਪਦੇਸ਼ ਮਹਾਰਾਜੀਆਂ ਨੇ ਦਿੱਤਾ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕਾਮਣਾ ਆਵਣੀ ਵਿੱਚੋਂ ਸਖਣੀਆਂ, ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਈ ਹਨ, ਸਿਮਲ ਰੁਖ ਸਰੀਰ ਮੈਂ ਮੈਜਨ ਦੇਖ ਭੁਲਨ, ਸੇ ਫਲ ਕਾਮਣਾ ਆਵਨੀ ਤੇ ਗੁਣ ਮੈਂ ਤਨ ਹਨ। ਅਗਲੀ ਪੰਕਤੀ ਹੈ ਅੰਦਲੇ ਭਾਰ ਉਠਾਇਆ, ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ, ਹਉ ਚੜ ਲੰਘਾ ਕਿਤ। ਕਹਿੰਦੇ ਇੱਕ ਤਾਂ ਹੈ ਉਪਰੋਂ ਅੰਨੇ, ਤੇ ਦੂਜਾ ਜਿਹੜਾ ਭਾਰ ਚੁੱਕ ਲਿਆ ਉਹ ਵੀ ਵਾਧੂ ਦਾ ਭਾਰ ਚੁੱਕ ਲਿਆ। ਅੰਦਲੇ ਭਾਰ ਉਠਾਇਆ, ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ, ਹਉ ਚੜ ਲੰਘਾ ਕਿਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਵੱਧਾ ਛੁਟੈ ਜਿਤ। ਪਰਿਪੂਰਨ ਪਰਮਾਤਮਾ ਨੂੰ ਸਿਮਰ, ਜੇ ਕਿਤੇ ਚਾਹੁੰਨਾ ਹੈ ਮੈਂ ਵੱਜਾ ਹੋਇਆ ਛੁੱਟ ਜਾਵਾਂ। ਜੇ ਤਰਨਾ ਹੈ ਭਵ ਸਾਗਰ
ਪਾਰ ਹੋਣਾ ਹੈ ਇਸ ਪਹਾੜ ਤੋਂ। ਸੱਜਣਾ ਵਾਧੂ ਦੇ ਜਿਹੜੇ ਭਾਰ ਹਨ ਉਹਨਾਂ ਨੂੰ ਪਰਾਂ ਸੁੱਟ ਦੇ। ਸੰਤੋ RAM ਨਾਮ ਨਿਸਤਰੀਐ, ਹੇ ਭਾਈ ਹੇ ਸੰਤ ਜਨੋ, ਪਰਿਪੂਰਨ ਪਰਮਾਤਮਾ ਦੇ RAM ਦੇ ਨਾਮ ਦੇ ਨਾਲ ਭਵ ਸਾਗਰ ਤੋਂ ਪਾਰ ਹੋ ਜਾਈਦਾ ਹੈ। ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋਕ੍ਰਿਤ ਕਰੀਐ। ਪਾਤਸ਼ਾਹ ਜੀਆਂ ਨੇ ਰਹਿਮਤ ਕੀਤੀ, ਸਤਿਗੁਰੂ ਜੀਆਂ ਨੇ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਉਠਤ ਬੈਠਤ ਹਰ ਹਰ ਧਿਆਈਐ, ਉੱਠਦਿਆਂ ਬਹਿੰਦਿਆਂ ਹਰੀ ਪਰਿਪੂਰਨ ਪਰਮਾਤਮਾ ਜੀ ਨੂੰ ਧਿਆ। ਫਿਰ ਨਾਲ ਹੀ ਮਹਾਰਾਜ ਜੀ ਨੇ ਕਹਿ ਦਿੱਤਾ, ਅਨ ਦਿਨ ਕਹਿੰਦੇ ਨੇ ਦਿਨ ਤੇ ਰਾਤ ਨੂੰ, ਸੁਕ੍ਰਿਤ ਕਹਿੰਦੇ ਨੇ ਨੇਕ ਕਿਰਤ ਕਮਾਈ ਕਰ, ਚੰਗੀ ਕਿਰਤ ਕਮਾਈ ਕਰ। ਜੋ ਸ਼ਬਦ, ਜੋ ਪਾਵਨ ਪਵਿੱਤਰ ਸ਼ਲੋਕ ਮਹਾਰਾਜ ਜੀਆਂ ਦਾ, 8 ਪਹਿਰੀ 8 ਖੰਡ 9ਵਾਂ ਖੰਡ ਸਰੀਰ, ਤਿਸ ਵਿੱਚ 9 ਨਿਧ ਨਾਮ ਏਕ ਭਾਲੈ ਗੁਣੀ ਗਹੀਰ। ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਸ਼ਲੋਕ ਹੈ ਔਰ ਇਸ ਪੰਕਤੀ ਦੇ ਨਾਲ ਬੜਾ ਢੁਕਦਾ ਹੈ। ਦਿਨ ਦੇ ਵੇਲੇ ਅੰਮ੍ਰਿਤ ਵੇਲਾ ਸੰਭਾਲਣਾ ਤੇ ਬਾਕੀ ਦੇ ਜਿਹੜੇ ਸਮਾਂ ਹੈ ਉਹਨੂੰ ਕਿਸ ਪ੍ਰਕਾਰ ਸੰਭਾਲਣਾ ਹੈ। ਕੋਈ ਆਏ, ਭਾਈ ਸਾਹਿਬ ਜੀ ਸਵੇਰ ਦਾ ਵੇਲਾ ਸ਼ਾਮ ਦਾ ਵੇਲਾ ਸੰਭਾਲ ਰਹੇ ਹਾਂ, ਬਾਕੀ ਦਾ ਵੇਲਾ ਮਹਾਰਾਜ ਕਹਿਣ ਲੱਗੇ ਬਾਕੀ ਦਾ ਵੇਲਾ। ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਕਿਹਾ ਭਾਈ ਬਾਕੀ ਦਾ ਵੇਲਾ 8 ਪਹਿਰੀ 8 ਖੰਡ 9ਵਾਂ ਖੰਡ ਸਰੀਰ, 8 ਪਹਿਰ ਹਨ ਦਿਨ ਦੇ, 9ਵਾਂ ਖੰਡ ਸਰੀਰ, ਤਿਸ ਵਿੱਚ 9 ਨਿਧ ਨਾਮ ਏਕ ਭਾਲੈ ਗੁਣੀ ਗਹੀਰ, ਕਰਮਵੰਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ। ਚੌਥਾ ਪਹਿਰ ਸਬਾਹ ਕੇ ਸੁਰਤਿਆਂ ਉਪਜਿਆ ਚਾਓ। ਜਦੋਂ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲਾ ਹੁੰਦਿਆਂ ਸਾਰ ਜਿਹੜੇ ਮਾਲਕ ਜੀਆਂ ਦੇ ਨਾਲ ਭਜਨ ਬੰਦਗੀ ਵਾਲੇ ਸਨ ਉਹਨਾਂ ਨੂੰ ਚਾਉ ਚੜ ਗਿਆ। ਚਾਉ ਚੜਿਆ ਤਿਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਦੀ ਦਰਿਆਵਾਂ ਦੇ ਨਾਲ ਦੋਸਤੀ ਹੈ। ਭਾਈ ਚਲੋ ਹੁਣ ਤਾਂ ਘਰਾਂ ਦੇ ਵਿੱਚ ਇਸ਼ਨਾਨ ਪਾਣ ਦਾ ਪ੍ਰਬੰਧ ਹੈ, ਪਰ ਇਹ ਪੁਰਾਤਨ ਸਮੇਂ ਜਦੋਂ ਅੰਮ੍ਰਿਤ ਵੇਲਾ ਹੋਣਾ, ਜਗਿਆਸੂ ਜਨਾਂ ਨੇ ਉੱਠ ਕੇ ਨਦੀਆਂ ਤੇ ਜਾਂ ਜਿੱਥੇ ਵੀ ਕੋਈ ਪਾਣੀ ਦਾ ਕੋਈ ਸਰੋਤ ਹੋਣਾ ਉੱਥੇ ਜਾ ਕੇ ਉਹਨਾਂ ਨੇ ਇਸ਼ਨਾਨ ਪਾਣ ਕਰਨਾ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਦੀ ਦੋਸਤੀ ਕਿਹਦੇ ਨਾਲ ਹੋਈ? ਦਰਿਆਵਾਂ ਦੇ ਨਾਲ ਹੋਈ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਮ, ਮਨ ਦੇ ਅੰਦਰ ਮੁਖ ਦੇ ਅੰਦਰ ਉਹਨਾਂ ਦੇ ਸੱਚਾ ਨਾਮ ਹੈ। ਹੁਣ ਅੱਗੇ ਆਪ ਜੀ ਨੇ ਸਰਵਣ ਕਰਨਾ, 37 ਪਹਿਰੀ 7 ਭਲਾ। 1 ਪਹਿਰ ਤਾਂ ਚਲੋ ਸੰਭਾਲ ਲਿਆ, 8 ਪਹਿਰਾਂ ਵਿੱਚੋਂ 1 ਪਹਿਰ ਤਾਂ ਸੰਭਾਲ ਲਿਆ, 3 ਘੰਟੇ ਅੰਮ੍ਰਿਤ ਵੇਲੇ ਦੇ ਸੰਭਾਲ ਲਏ। ਹੁਣ ਐਸਾ ਨਹੀਂ ਹੈ ਕਿ ਬਾਕੀ ਦੇ 7 ਘੰਟੇ ਸਾਡੀ ਮਰਜ਼ੀ ਹੈ, ਮੇਰੀ ਆਪਣੀ ਜ਼ਿੰਦਗੀ ਹੈ। ਨਹੀਂ, ਪਾਤਸ਼ਾਹ ਕਹਿੰਦੇ ਇਹ ਵੀ ਤੇਰੀ ਆਪਣੀ ਜ਼ਿੰਦਗੀ ਨਹੀਂ, ਇਹ ਵੀ ਗੁਰੂ ਦੇ ਆਸ਼ੇ ਅਨੁਸਾਰ ਬਾਕੀ ਦੇ 7 ਘੰਟੇ ਜਿਉਣੇ ਹਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਅੰਮ੍ਰਿਤ ਵੇਲਾ ਸੰਭਾਲਿਆ ਹੈ, 37 ਪਹਿਰੀ 7 ਭਲਾ, ਬਈਆ ਪੜਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜਾ ਘਟੈ ਰਾਸ। ਬਾਕੀ ਦੇ ਜਿਹੜੇ 7 ਪਹਿਰ ਵੀ ਬਾਕੀ ਬਚੇ ਹਨ ਨਾ, 21 ਘੰਟੇ 7, ਕਿਉਂਕਿ 1 ਪਹਿਰ 3 ਘੰਟਿਆਂ ਦੇ ਕਰੀਬ ਦਾ ਹੈ। 8 ਤੀਏ 24 ਦਿਨ ਦੇ ਵਿੱਚੋਂ 24 ਪਹਿਰ, 1 ਪਹਿਰ, ਬਾਕੀ ਦੇ ਜਿਹੜੇ ਘੰਟੇ 21 ਘੰਟੇ ਹਨ, ਕਹਿੰਦੇ ਉਹ ਵੀ ਗੁਰੂ ਦੇ ਆਸ਼ੇ ਅਨੁਸਾਰ ਤੂੰ ਜਿਉਣੇ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਉਪਦੇਸ਼ ਹੈ। ਐਸਾ ਨਹੀਂ ਕਿ ਚਲੋ ਵੀ ਅੰਮ੍ਰਿਤ ਵੇਲਾ ਸੰਭਾਲਿਆ ਹੈ, ਹੁਣ ਜਿਹੜਾ ਬਾਕੀ ਦਾ ਸਮਾਂ ਹੈ ਹੁਣ ਉਹਨੂੰ ਆਪਾਂ ਜੋ ਆਪਣਾ ਚਿੱਤ ਕਰੇ ਆਪਾਂ ਉਹ ਕੰਮ ਕਰੀਏ। ਮਹਾਰਾਜ ਕਹਿੰਦੇ ਨਹੀਂ ਭਾਈ, ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਇੱਕ ਹੈ ਕਿਰਤ ਕਰਨੀ, ਤੇ ਮਹਾਰਾਜ ਜੀਆਂ ਨੇ ਨਾਲ ਸ਼ਬਦ ਕਹਿ ਦਿੱਤੇ ਸੁਕ੍ਰਿਤ ਕਰਨੀ। ਕਿਰਤ ਕੋਈ ਵੀ ਆਪਣੀ ਕੋਈ ਕਰ ਰਿਹਾ ਹੈ, ਕੋਈ ਦੁਕਾਨ ਤੇ ਹੈ, ਕੋਈ ਖੇਤੀਬਾੜੀ ਦਾ ਕੰਮਕਾਰ ਹੈ, ਤੇ ਮਹਾਰਾਜ ਜੀਆਂ ਨੇ ਕਿਰਤ ਦੇ ਨਾਲ ਸ਼ਬਦ ਕਹਿ ਦਿੱਤਾ ਸੁਕ੍ਰਿਤ ਕਰ। ਦੁਕਾਨ ਤੇ ਬੈਠਾ ਹੈ ਉਹ ਵੀ ਤੇਰਾ ਧਰਮ ਹੈ,
ਪਰਿਵਾਰ ਦਾ ਰੋਜ਼ਗਾਰ ਹੈ ਉਹ ਵੀ ਤੇਰਾ ਧਰਮ ਹੈ, ਉਥੇ ਵੀ ਤੂੰ ਨੇਕ ਕਿਰਤ ਕਮਾਈ ਵਿੱਚ ਜੁੜ। ਜੇ ਸੱਜਣਾ ਖੇਤੀਬਾੜੀ ਦਾ ਤੇਰੇ ਕੋਲ ਧੰਦਾ ਹੈ, ਉਹਨੂੰ ਵੀ ਤੂੰ ਨੇਕ ਨੀਅਤ ਦੇ ਨਾਲ ਪਾਲ। ਅਨਦਿਨ ਸੋਕ੍ਰਿਤ ਕਰੀਆ, ਇਹਦੇ ਅਰਥ ਨੇ ਨੇਕ ਕਿਰਤ ਕਮਾਈ ਭਾਈ ਕਰਨੀ। ਇਹੋ ਤੇਰੇ ਵਾਸਤੇ ਜਿਹੜਾ ਮਹਾਰਾਜ ਜੀਆਂ ਨੇ ਰਸਤਾ ਦੱਸਿਆ ਹੈ। ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ, ਵਾਹਿਗੁਰੂ ਕੋ ਵੱਡ ਭਾਗੀ ਪਾਏ। ਮਹਾਰਾਜ ਜੀਆਂ ਨੇ ਰਹਿਮਤ ਕੀਤੀ ਭਾਈ ਸੰਤ ਕਾ ਮਾਰਗ, ਨਾਮ ਸਿਮਰਨ ਜੋ ਸੰਤਾਂ ਦਾ ਮਾਰਗ ਹੈ, ਸਿਮਰਨ ਕਰਨਾ ਜੋ ਸੰਤ ਭਲੇ ਪੁਰਖਾਂ ਨੇ ਮਾਰਗ ਦੱਸਿਆ ਹੈ। ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ। ਗੈਲ ਨਾ ਛੱਡੀ ਸੰਤਾਂ ਦੀ, ਗੈਲ ਕਹਿੰਦੇ ਨੇ ਪਿੱਛਾ ਨਾ ਛੱਡੀ, ਉਹਨਾਂ ਦੇ ਮਗਰੇ ਮਗਰ ਤੁਰਿਆ ਜਾਈ। ਆਪ ਹੁਦਰਾਪਨ ਕਰਕੇ, ਆਪ ਚਲਾਕੀ ਕਰਕੇ ਕਿਤੇ ਲਾਂਭੇ ਨਾ ਹੋ ਜਾਈ ਉਹਨਾਂ ਤੋਂ। ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ। ਮਾਰਗ ਲਾਗਾ ਜਾਓ ਦੇ ਅਰਥ ਨੇ ਉਸੇ ਮਾਰਗ ਤੇ ਤੁਰਿਆ ਜਾਈ ਜਿਹੜੇ ਮਾਰਗ ਵੱਲ ਉਹ ਗਏ ਹਨ। ਸੰਤ ਕਾ ਮਾਰਗ, ਜਿਹੜਾ ਭਲੇ ਪੁਰਖਾਂ ਦਾ ਮਾਰਗ ਕਿਹੜਾ ਹੈ ਸਾਧ ਸੰਗਤ ਜੀਓ? ਨਾਮ ਸਿਮਰਨ ਦਾ ਮਾਰਗ। ਧਰਮ ਕੀ ਪੌੜੀ, ਧਰਮ ਦੀ ਪੌੜੀ ਨਾਮ ਸਿਮਰਨ, ਜਿਸ ਪੌੜੀ ਦੇ ਨਾਲ ਮਨੁੱਖ ਨੇ ਉੱਪਰ ਚੜ੍ਹਨਾ ਹੈ। ਪੌੜੀ ਦਾ ਕੰਮ ਉੱਪਰ ਚੜ੍ਹਨ ਵਾਸਤੇ। ਧਰਮ ਕੀ ਪੌੜੀ ਮਹਾਰਾਜ ਕਹਿੰਦੇ ਪਰ ਕੋ ਵੱਡ ਭਾਗੀ ਪਾਏ, ਕੋਈ ਹੈਣ ਵਿਰਲੇ ਜਿਨ੍ਹਾਂ ਨੂੰ ਭਾਈ ਇਹ ਧਰਮ ਦੀ ਪੌੜੀ, ਇਹ ਸੰਤਾਂ ਦਾ ਮਾਰਗ ਜਿਨ੍ਹਾਂ ਨੂੰ ਨਸੀਬ ਹੁੰਦਾ ਹੈ। ਹੈਣ ਵਿਰਲੇ ਕੋ ਵੱਡ ਭਾਗੀ ਪਾਏ, ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਮਾਲਕ ਜੀ ਇਹ ਬਖਸ਼ਿਸ਼ ਕਰ ਦਿੰਦੇ ਹਨ। ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿਤ ਲਾਏ। ਹਰੀ ਪਰਿਪੂਰਨ ਪਰਮਾਤਮਾ ਜੀਆਂ ਦੇ ਚਰਨਾਂ ਸੰਗ ਚਿੱਤ ਜੋੜ ਕਰਕੇ ਕੋਟ ਜਨਮ ਕੇ ਕਿਲ ਵਿਖ ਨਾਸੇ, ਕਰੋੜਾਂ ਜਨਮਾਂ ਦੇ ਜਿਹੜੇ ਪਾਪ ਹਨ, ਕਿਲ ਵਿਖ ਹਨ ਜਿਹੜੇ ਮਿੱਥ ਕੇ ਕੀਤੇ ਹੋਏ ਪਾਪ ਹਨ, ਜਿਹੜੇ ਕਰੋੜਾਂ ਜਨਮਾਂ ਦੇ ਮਾਲਕ ਜੀ ਉਹਨਾਂ ਨੂੰ ਪੀ ਨਾਸੇ ਕਹੀਏ, ਭਾਵ ਉਹ ਪੀ ਖਤਮ ਹੋ ਗਏ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜਿਸ ਮਾਲਕ ਜੀਆਂ ਨੇ ਆਪਣੀ ਪੂਰੀ ਸੱਤਿਆ ਕਾਇਮ ਰੱਖੀ ਸੰਸਾਰ ਅੰਦਰ, ਜਿਨ ਪੂਰੀ ਕਲ ਰਾਖੀ, ਐਸੇ ਮਾਲਕ ਜੀ ਦੀ ਉਸਤਤ ਕਰੋ ਸਦਾ ਪ੍ਰਭ ਆਪਣੇ। ਐਸੇ ਮਾਲਕ ਜੀਆਂ ਦੀ ਹੈ ਭਾਈ ਉਸਤਤ ਕਰੋ, ਐਸੇ ਮਾਲਕ ਜੀਆਂ ਦੀ ਵਡਿਆਈ ਵਿੱਚ ਹੈ ਭਾਈ ਤੁਸੀਂ ਜੁੜੋ। ਉਹਨੂੰ ਸਲਾਹੋ, ਉਸ ਵੱਡੇ ਨੂੰ ਸਲਾਹੋ। ਵੱਡੇ ਨੂੰ ਸਲਾਹ ਕੇ ਸਲਾਉਂਦਿਆਂ ਸਲਾਉਂਦਿਆਂ ਜੀਵ ਇੱਕ ਦਿਨ ਉਹਦੇ ਅੰਦਰ ਜੁੜ ਜਾਂਦਾ ਹੈ। ਜੇ ਉਹਨੂੰ ਨਾ ਕੋਈ ਸਲਾਹੇ, ਮਹਾਰਾਜ ਕਹਿਣ ਲੱਗੇ ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਕੋਈ ਕਹਿ ਦਵੇ ਆਪਣੇ ਕਹਿਣ ਨਾਲੋਂ ਵੱਡਾ ਨਹੀਂ ਹੋਣ ਲੱਗਾ, ਤੇ ਜੇ ਕੋਈ ਕਹਿ ਦਵੇ ਉਹ ਨੀਵਾਂ, ਮਹਾਰਾਜ ਕਹਿੰਦੇ ਵੱਡਾ ਨਾ ਹੋਵੇ ਘਾਟ ਨਾ ਜਾਏ, ਉਹ ਛੋਟਾ ਵੀ ਨਹੀਂ ਹੋਣ ਲੱਗਾ। ਪਰ ਉਹਨੂੰ ਸਲਾਉਣਾ ਇਸ ਵਾਸਤੇ ਹੈ ਜਗਿਆਸੂ ਜਾਣੇ, ਸਲਾਉਂਦਿਆਂ ਸਲਾਉਂਦਿਆਂ ਇੱਕ ਦਿਨ ਉਹਦਾ ਰੂਪ ਹੋ ਜਾਣਾ। ਜਿਹਦਾ ਸਿਮਰਨ ਕਰਨਾ ਉਸੇ ਦਾ ਇੱਕ ਦਿਨ ਰੂਪ ਹੋ ਜਾਣਾ। ਉਸਤਤ ਕਰੋ ਸਦਾ ਪ੍ਰਭ ਆਪਣੇ, ਸਦਾ ਆਪਣੇ ਮਾਲਕ ਜੀ ਦੀ ਉਸਤਤ ਵਿੱਚ ਜੁੜੋ। ਜਿਨ ਪੂਰੀ ਕਲ ਰਾਖੀ, ਜਿਸ ਦੀ ਸੱਤਿਆ ਸੰਸਾਰ ਅੰਦਰ ਹੈ। ਜੀਵ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਸਿੱਖਿਆ ਨੂੰ ਸੁਣ ਕਰਕੇ, ਸਤਿਗੁਰ ਕੀ ਸੱਚ ਸਾਖੀ, ਸੱਚੀ ਸਨੇਹਾ ਸੁਣ ਕਰਕੇ ਜਿਤਨੇ ਵੀ ਸਨਹੇ ਭਾਈ ਸਭ ਭਏ ਪਵਿੱਤਰਾ, ਉਹ ਪਵਿੱਤਰ ਜੀਵਨ ਵਾਲੇ ਆਪਣੇ ਜੀਵਨ ਵਿੱਚ ਹੋ ਗਏ। ਮਾਲਕ ਜੀਆਂ ਦੇ ਘਰੋਂ ਸਿੱਖਿਆ, ਮਾਲਕ ਜੀਆਂ ਦੇ ਘਰੋਂ ਸੰਦੇਸ਼ ਪ੍ਰਾਪਤ ਕਰਕੇ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਜਿਤਨੇ ਵੀ ਸਨ ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਪੂਰੇ ਗੁਰਾਂ ਨੇ ਸਾਧ ਸੰਗਤ ਜੀਓ ਨਾਮ ਦ੍ਰਿੜ ਕਰਵਾ ਦਿੱਤਾ।
ਮਾਲਕ ਜੀਆਂ ਨੇ ਨਾਮ ਦ੍ਰਿੜ ਕਰਵਾਇਆ। ਜਿੰਨੇ ਵੀ ਵਿਗਨ ਵਿਨਾਸ਼ਨ ਸਨ ਸਾਰੇ ਹੀ ਨੱਠ ਗਏ, ਸਾਰੇ ਹੀ ਚਲੇ ਗਏ। ਇੱਕ ਗੁਰਮੁਖ ਪਿਆਰੇ ਨੇ ਦੁੱਖਾਂ ਦੇ ਬਾਬਤ ਕੋਈ ਵੀ ਜੇ ਜੀਵਨ ਵਿੱਚ ਮਾਲਕ ਜੀਆਂ ਦੇ ਜੇ ਸੁਖ ਮਾਲਕ ਜੀਆਂ ਨੇ ਦਿੱਤੇ ਹਨ ਤੇ ਦੁੱਖ ਵੀ ਤਾਂ ਉੱਥੋਂ ਹੀ ਆਏ ਹਨ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਆਪਾਂ ਬੈਠੇ ਹਾਂ ਬਿਲਡਿੰਗ ਵਿੱਚ, ਏਸੀ ਲੱਗੇ ਹੋਏ ਨੇ, ਪੱਖੇ ਚੱਲ ਰਹੇ ਹਨ, ਕਾਦੇ ਵਾਸਤੇ ਹਨ? ਸੁਖ ਵਾਸਤੇ ਹਨ ਨਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸੁਖਾਂ ਦੇ ਸਾਧਨ ਤਾਂ ਬੰਦਾ ਕਰਦਾ ਹੈ, ਪਰ ਦੁੱਖਾਂ ਦੇ ਵਾਸਤੇ ਤਾਂ ਕੋਈ ਯਤਨ ਨਹੀਂ ਨਾ ਕਰਦਾ, ਆਉਂਦੇ ਹਨ ਨਾ। ਇਸੇ ਤਰ੍ਹਾਂ ਭਾਈ ਇਹ ਜੀਵਨ ਵਿੱਚ ਰਿਪੀਟ ਹੁੰਦੇ ਹਨ, ਜੀਵਨ ਵਿੱਚ ਚੱਲਦੇ ਹਨ। ਕਹਿੰਦੇ ਇੱਕ ਨੇ ਬਾਖੂਬ ਲਿਖਿਆ, ਕਹਿੰਦੇ ਕਈ ਵਾਰ ਵੇਖਿਆ ਹੋਵੇ ਕੁਮਾਰ ਵੀਰ ਨੂੰ ਭਾਂਡੇ ਬਣਾਉਂਦੇ ਆ, ਜੇ ਕਿਤੇ ਮਿੱਟੀ ਦੇ ਘੜੇ ਦੇ ਅੰਦਰ ਥੋੜਾ ਬਹੁਤਾ ਕੁੱਬ ਪੈ ਜਾਏ ਨਾ ਤੇ ਉਹਦਾ ਕੁੱਬ ਕੱਢਣ ਦੇ ਵਾਸਤੇ ਕੁਮਾਰ ਵੀਰ ਇੱਕ ਹੱਥ ਅੰਦਰ ਰੱਖ ਲੈਂਦਾ ਹੈ, ਬਾਹਰੋਂ ਲੱਕੜ ਪਕੜ ਕੇ ਨਾ ਤੇ ਉੱਪਰੋਂ ਮਾਰਦਾ ਹੈ ਚੋਟਾਂ। ਪਹਿਲਾਂ ਹੱਥ ਇੱਕ ਅੰਦਰ ਵੀ ਰੱਖ ਲਿਆ ਤੇ ਦੂਸਰਾ ਉੱਪਰੋਂ ਚੋਟਾਂ ਵੀ ਮਾਰੀਆਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਕੁੰਭਾਰ ਸ਼ਿਸ਼ ਕੁੰਭਵਤ, ਘੜ ਘੜ ਕਾਢਣ ਖੋਟ, ਅੰਤਰ ਦਇਆ ਪ੍ਰੇਮ ਕੀ ਬਾਹਰ ਮਾਰੇ ਚੋਟ। ਗੁਰੂ ਕੁੰਭਾਰ ਸ਼ਿਸ਼ ਕੁੰਭਵਤ, ਸ਼ਿਸ਼ ਘੜੇ ਵਤ ਹੈ, ਘੜ ਘੜ ਕਾਢਣ ਖੋਟ। ਜੇ ਕੋਈ ਅੰਦਰ ਖੋਟ ਹੋਵੇ ਨਾ, ਦੁੱਖ ਆਣ ਕੇ ਖੋਟ ਹੀ ਕੱਢਦੇ ਹਨ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੁੱਖ ਖੋਟ ਹੀ ਕੱਢਦੇ ਹਨ। ਘੜ ਘੜ ਕਾਢਣ ਖੋਟ, ਅੰਤਰ ਦਇਆ ਪ੍ਰੇਮ ਕੀ। ਅੰਦਰ ਉਹਨਾਂ ਨੇ ਆਸਰਾ ਦਿੱਤਾ ਹੈ, ਬਾਹਰ ਮਾਰੇ ਚੋਟ। ਬਾਹਰੋਂ ਵਿੰਗ ਕੱਢਣ ਦੇ ਵਾਸਤੇ ਚੋਟਾਂ ਵੀ ਵੱਜਦੀਆਂ ਹਨ। ਵਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ। ਪੂਰੇ ਗੁਰਾਂ ਨੇ ਨਾਮ ਦ੍ਰਿੜ ਕਰਵਾਇਆ ਹੈ। ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਜਿਤਨੇ ਵੀ ਅੰਦਰ ਕੋਈ ਪਾਪ ਕਮਾਏ ਹੋਏ ਸਨ, ਖੋਏ ਪਾਪ ਸਾਰੇ ਹੀ ਚਲੇ ਗਏ। ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਦਾਸ ਨਾਨਕ ਆਪਣੇ ਨਿਜ ਅੰਤਰ ਆਤਮੇ ਘਰ ਦੇ ਅੰਦਰ ਮਾਲਕ ਜੀਆਂ ਦੇ ਨਾਮ ਸਿਮਰਨ ਦੇ ਦੁਆਰਾ ਜਗਿਆਸੂ ਜਨ ਆਪਣੇ ਨਿਜ ਘਰ ਦੇ ਅੰਦਰ ਟਿਕਿਆ ਹੈ। ਸਤਿਗੁਰੂ श्री गुरु तेग बहादुर महाराज जी की पावन पवित्र गोद के अंदर मिल बैठ करके पावन पवित्र हर जस कथा विचारा करने हा। सतगुरु महाराज सच्चे पातशाह समत बख्शिश करन जो बचन करने हा। महाराज जी की पावन पवित्र हजूरी विच गुरुदेव जियां दे दसे हुए मार्ग दे उपर चल पी पईए साध संगत जियो। धन 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 जन आया जिस प्रसाद सब जगत तराया। जन आवन का यह सुआओ जन कै संग चित आवै नाओ। आप मुक्त मुक्त करै संसार नानक तिस जन को सदा नमस्कार। धन धन श्री गुरु अंगद देव महाराज सच्चे पातशाह तिन्हां दा अज ज्योति जोत दिवस है। सतगुरु जियां नूं बारंबार वंदना विचारां करदियां होईयां बेअंत बेअंत भुलां दी खिमा। वाहिगुरु 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 वाहिगुरु। वाहिगुरु जी का खालसा वाहिगुरु जी की फतेह।
ਤੂੰ ਠਾਕੁਰ ਤੁਮ ਪਹਿ। तुम ते होए सो आज्ञा, तुमरी गत मित तुम ही जानी नानक। तुमरी गत मित तुम ही जानी नानक। बोलो जी वाहिगुरु। एक ओंकार। वाहिगुरु जी की फतेह। श्री भगवती जी सहाय। वार श्री भगवती जी की पातशाही 10वीं। प्रथम भगवती सिमर कै गुरु नानक लई ते आए। फिर अंगद गुर ते अमरदास रामदास हुई सहाय। अर्जन हर गोबिंद नो सिमरो श्री हर राय। श्री हर कृष्ण त्याइया, जिस डिठे सब दुख जाय। तेग बहादुर सिमरया, घर नौ निध्या वै तहाय। सब थाई होए सहाय। 10वें पातशाह श्री गुरु गोबिंद सिंह साहिब जी, सब थाई होए सहाय। 10 पातशाहियां दी जोत साहिब श्री गुरु ग्रंथ साहिब जी दे पाठ दीदार दा ध्यान धर के बोलो जी। पंजां प्यारियां 4 साहिबजादियां 40 मुक्तियां हठियां जपियां तपियां। जिन्हां नाम जपिया वंड छकिया, देग चलाई तेग वाही। देख के अणडिठ कीता, तिन्हां प्यारियां सचियारियां दी कमाई दा ध्यान धर के खालसा जी बोलो जी। जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए। खोपरियां लोहाइयां चरखड़ियां ते चढ़े, तानारियां नाल चराए। गुरुद्वारियां दी सेवा लई कुर्बानियां कीतियां, धर्म नहीं हारिया। सिੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ चित आवन का सदका सर्व सुख होवै। जहाँ जहाँ खालसा जी साहिब तां तां रछिया रियायत। देग तेग फतेह बिरद की पैज पंथ की जीत। श्री साहिब जी सहाय, खालसा जी के बोल बाले बोलो जी। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਾਲਾ। धर्म का जयकार बोलो जी। सिखां दा मन नीवा, मत उच्ची मत
ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ। ਆਪ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਸੱਚਖੰਡ ਸਜੇ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਗਾਇਨ ਹੋਈਆਂ ਹਨ ਜੀ। ਉਪਰੰਤ ਪਾਤਸ਼ਾਹ ਜੀਓ ਆਪ ਜੀਆਂ ਦੇ ਅੰਮ੍ਰਿਤ ਵੇਲੇ ਦੇ ਸ਼੍ਰੀ ਮੁਖ ਵਾਕ ਦੀ ਵਿਚਾਰ ਹੋਈ ਹੈ ਜੀ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਜੀ। ਪੜੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਦਾਨ ਬਖਸ਼ਣਾ ਜੀਓ। ਕਿਰਪਾ ਕਰਨੀ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਪੰਥ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ। ਸੁਖ ਸ਼ਾਂਤੀ ਮੇਲ ਇਤਫਾਕ ਪਿਆਰ ਦੇਹ ਰੋਗਤਾ ਚੜ੍ਹਦੀ ਕਲਾ ਦੇ ਜੀਵਨ ਬਖਸ਼ਣੇ ਜੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਣੀ ਜੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਮਿਲੀ ਸੰਪੂਰਨ ਥੀਆ ਰਾਮ। ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਐਸੇ ਦੀਨ ਦਇਆਲ ਪਾਤਸ਼ਾਹ ਜੀਓ। ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਜੋਤੀ ਜੋਤ ਪੁਰਬ ਜਾਣਦੇ ਆਂ। ਸੰਗਤਾਂ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਆਪ ਜੀ ਦੇ ਦਰ ਤੇ ਹਾਜ਼ਰੀਆਂ ਭਰੀਆਂ ਹਨ ਜੀ। ਯਥਾ ਸ਼ਕਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ ਜੀ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਤਨ ਮਨ ਧਨ ਨਾਲ ਨਿਭਾਈਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ। ਯਾਤਰਾ ਸਫਲੀ ਕਰਨੀ ਕਾਰਜ ਰਾਸ ਕਰਨੇ ਜੀ। ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੰਗਤਾਂ ਨੂੰ। ਸ਼੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ। खुआर हुए सब मिलेंगे
खुआर हुए सब मिलेंगे। बोले सो निहाल। वाहिगुरु जी का खालसा, वाहिगुरु जी की फतेह। वाहिगुरु जी नाओ करता कादर करै, क्यों बोल होवै जो खीमंदा। गुणा सत भैन भराव है, पारंगत दान पड़ी मंदा। नानक राज चिलाया, सच कोट सताणी नीवंदा। मत गुर आत्म देव दी, खड़ग जोर प्राकुए जीदै। गुर चेले रह रास की, नानक सलामत थीवंदा। सह टिका दतोस जीवंदा। लहणे दी फेर आई है, नानका दोही खटिया। जोत ओहा जुगत साए, शैकाया फेर पलटिया। झुलै सो छत निरंजनी, मल तख्त बैठा गुर हटिया। अम्या दृष्ट शुभ करै, हरै अग पाप सकल मल। काम क्रोध अर लोभ मोह, वस करै सब बल। सदा सुख मन वसै, दुख संसार खोवै। गुर नव नित दरियाओ, जन्म हम काल खतोवै। सुको टाल गुर सेविय, अहनिस सहज। दर्शन परसै गुरु का, जन्म मरण होवै। सिफत खसामंदी, नूर अरसां कुरसां चटिया। तुद डिठे सच्चे पातशाह, माल जन्म सज्जन सच्चा पातशाह। तेरे जिस पास बैठिया, सोहिया सबना दावे। सतनाम श्री वाहिगुरु साहिब जी। सोरठ महला पंजवा। गुरपुरा कृपा तारी, प्रभ पूरी लोच हमारी। कर स्नान गृह आए, आनंद मंगल सुख पाए। गुरपुरा कृपा तारी, प्रभ पूरी लोच हमारी। कर स्नान गृह आए, आनंद मंगल सुख पाए। संत हो राम नाम निस्तरिया, उठत बैठत हर हर ध्याइया। अनदिन सुकृत करिया रहाओ, संत का मार्ग धर्म की पौड़ी। कोवड भागी पाए, कोट जन्म के किल विख नासे। हर चरणी चित लाए, उस्तत करो सदा प्रभ अपने। जिन पूरी कल राखी, जी जंत सब भये पवित्रा।
ਸਤਿਗੁਰ ਕੀ ਸੱਚ ਸਾਖੀ ਵਿਗਨ ਵਿਨਾਸ਼ਨ ਸਭ ਦੁਖ ਨਾਸਣ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਿਗਨ ਵਿਨਾਸ਼ਨ ਸਭ ਦੁਖ ਨਾਸਣ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਸਤਨਾਮ ਜੀ। ਵਾਹਿਗੁਰੂ